ਮਿਲੋ ਦਿਆਲ ਕਹਿ ਦੁਆਰਿਆ, ਰਖ ਲਿਓ ਦੀਨ ਦਿਆਲ ਪਰਮਤ ਬਹਾਰਿਆ। ਭਗਤ ਵਛਰ ਤੇਰਾ ਵਿਰਦ ਹਰ ਪਤ ਤੂੰ ਧਾਰਿਆ। ਤੁਝ ਬਿਨ ਨਾਹੀ ਕੋਇ ਬਿਨੋ ਮੋਇ ਸਾਰਿਆ। ਕਰ ਗਲਿਓ ਦਿਆਲ ਸਾਗਰ ਸੰਸਾਰਿਆ। ਕੁਚਲ ਕਠੋਰ ਕਪਟ ਕਾਮੀ, ਜੋ ਜਾਣੈ ਤਿਉ ਤਾਰ ਸੁਆਮੀ। ਤੂੰ ਸਮਰੱਥ ਸਰਨ ਜੋਗ ਤੂੰ, ਰਾਖੈ ਆਪਣੀ ਕਰਤਾਰ। ਜਾਪ ਤਾਪ ਨੇਮ ਸੁਖ ਸੰਜਮ, ਨਾਹੀ ਇਨ ਵਿਦੇ ਛੁਟਕਾਰ। ਗਰਤ ਘੋਰ ਅੰਧ ਤੇ ਕਾਢੋ, ਪ੍ਰਭ ਨਾਨਕ ਨਾਦਰ ਨਿਹਾਰ। ਅਸੀਂ ਖਤੇ ਬਹੁਤ ਕਮਾਵਦੇ, ਅੰਤ ਨ ਪਾਰਾਵਾਰ। ਹਰ ਕਿਰਪਾ ਕਰਕੇ ਬਖਸ਼ ਲਹੋ, ਕਉ ਪਾਪੀ ਵਡ ਗੁਣਜਾਰ। ਹਰ ਜਿਉ ਲੇਖੈ ਵਾਰ ਨ ਆਵੀ, ਤੂੰ ਬਖਸ਼ ਮਿਲਾਵਨਹਾਰ। ਕਉ ਅਪਰਾਧੀ ਗੁਨਹਗਾਰ, ਹਉ ਬੇਮੁਖ ਮੰਦਾ। ਚੋਰ ਜਾਰ ਜੁਆਰ ਹੋਂ, ਪਰ ਕਰ ਜੋ ਹੰਦਾ। ਨਿੰਦਕ ਦੁਸ਼ਟ ਹਰਾਮ ਖੋ, ਠਗ ਦੇ ਸੁਠ ਗੰਦਾ। ਕਾਮ ਕ੍ਰੋਧ ਮਦ ਲੋਭ ਮੋਹ, ਅਹੰਕਾਰ ਕਰੰਦਾ। ਵਿਸਾਸ ਕਾਤੀ ਕਿਰਤ ਕਾਨ, ਮੈਂ ਕੋ ਨਰ ਖੰਦਾ। ਸਿਮਰ ਮਰੀ ਦਾ ਢਾਡੀਆ, ਸਤਿਗੁਰ ਬਖਸ਼ੰਦਾ। ਤੁਮਰੀ ਸਰਨ ਤੁਮਾਰੀ ਆਸਾ, ਤੁਮ ਹੀ ਸਜਣ ਸੁਹੇਲੇ। ਰਾਖੋ ਰਾਖਨਹਾਰ ਦਇਆਲਾ, ਨਾਨਕ ਘਰ ਗਏ ਗੋਲੇ। ਫਿਰਤ ਫਿਰਤ ਪ੍ਰਭ ਆਇਆ, ਪਰਿਆ ਤਉ ਸਰਨਾਇ। ਨਾਨਕ ਕੀ ਪ੍ਰਭ ਬੇਨਤੀ, ਆਪਣੀ ਭਗਤੀ ਲਾਇ। ਕਾਗਦ ਲੇਖਾ ਜੋ ਕਰੋ, ਕਹਾਂ ਪੁਜਾਵੋ ਨਾਥ। ਅਵਗੁਣ ਹਮਾਰੇ ਬਖਸ਼ੀਏ, ਮਾਥੈ ਧਰ ਕੇ ਹਾਥ। ਜਾਮੈ ਅੰਮ੍ਰਿਤ ਗਿਆਨ ਹੈ, ਮਾਨਕ ਭਗਤ ਬੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਧ, ਬੰਦੋਂ ਕਰ ਅਨੁਰਾਗ। ਜਾਮੈ ਅੰਮ੍ਰਿਤ ਗਿਆਨ ਹੈ, ਮਾਨਕ ਭਗਤ ਬੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਧ, ਬੰਦੋਂ ਕਰ ਅਨੁਰਾਗ। ਆਸਾੜ ਤਪੰਦਾ ਤਿਸ ਲੱਗੈ, ਹਰ ਨਾਹੁ ਨ ਜਿਨਾ ਪਾਸ। ਜਗ ਜੀਵਨ ਪੁਰਖ ਤਿਆਗ ਕੈ, ਮਾਨਸ ਸੰਧੀ ਆਸ। ਦੋਇਐ ਭਾਏ ਬਗੂਚੀਐ, ਗਲ ਪਈ ਸੋ ਜਮ ਕੀ ਫਾਸ। ਜੇਹਾ ਬੀਜੈ ਸੋ ਲੁਣੈ, ਮਥੈ ਜੋ ਲਿਖਿਆਸ। ਰੈਣ ਵਿਹਾਣੀ ਪਛੁਤਾਣੀ, ਉਠ ਚੱਲੀ ਗਈ ਨਿਰਾਸ। ਜਿਨ ਕਉ ਸਾਧੂ ਭੇਟੀਐ, ਸੋ ਦਰਗਹਿ ਹੋਏ ਖਲਾਸ। ਕਰ ਕਿਰਪਾ ਪ੍ਰਭ ਆਪਣੀ, ਤੇਰੇ ਦਰਸ਼ਨ ਹੋਏ ਪਿਆਸ। ਪ੍ਰਭ ਤੁਧ ਬਿਨ ਦੂਜਾ ਕੋ ਨਹੀਂ, ਨਾਨਕ ਕੀ ਅਰਦਾਸ। ਆਸਾੜ ਸੁਹੰਦਾ ਤਿਸ ਲੱਗੈ, ਜਿਸ ਮਨ ਹਰ ਚਰਨ ਨਿਵਾਸ। ਆਸਾੜ ਤਪੰਦਾ ਤਿਸ ਲੱਗੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜਿਓ ਨਵਾਜੀ, ਪਰਮ ਪੂਜ ਸਨਮਾਨਯੋਗ ਗੁਰੂ ਖਾਲਸਾ ਸਾਹਿਬ ਸਮਝਿਓ। ਸੁਭਾਗੇ ਹਾਂ ਆਪਾਂ ਜੋ ਹੜ੍ਹ ਦਾ ਮਹੀਨਾ ਹੈ, ਪ੍ਰਾਰੰਭ ਹੋ ਰਿਹਾ ਹੈ। ਇਹਦਾ ਸਿਧਾਂਤ ਤਾਤਪਰਜ ਨਿਚੋੜ ਵਿਚਾਰ ਸੁਣਨ ਵਾਸਤੇ ਪੁੱਜੇ ਹਾਂ ਬੜੇ ਦੂਰੋਂ ਦੂਰੋਂ। ਹੜ੍ਹ ਦਾ ਮਹੀਨਾ ਹੈ, ਇਸ ਵਿੱਚ ਬੜੀ ਲੋਚ ਚੱਲਦੀ ਹੈ। ਪਾਣੀ ਦੀ ਬੜੀ ਘਾਟ ਹੋ ਜਾਂਦੀ ਹੈ। ਜਿਹੜੇ ਛੱਪੜੀਆਂ ਵਿੱਚ ਮੱਛੀਆਂ ਡੱਡੀਆਂ ਆਦਿ ਹਨ, ਪਾਣੀ ਦੀ ਘਾਟ ਹੋਣ ਤੋਂ ਬੜੀ ਤੜਫਦੀਆਂ, ਬੜੀ ਦੁਖੀ ਹੁੰਦੀਆਂ। ਹਰਨ ਪਖਲਾਉਂਦੇ ਹਨ, ਰੇਤਾ ਵੇਖ ਵੇਖ ਕੇ ਪਾਣੀ ਹੋਣਾ, ਨੱਠ ਭੱਜ ਕਰਦੇ ਪਿਆਸੇ ਹੀ ਮਰ ਜਾਂਦੇ ਹਨ।
ਇਸ ਤਰ੍ਹਾਂ ਆਸਾੜ ਤਪੰਦਾ ਤਿਸ ਲੱਗੈ। ਅਸਾੜ ਦਾ ਅਰਥ ਹੈ ਹਾੜ ਦੇ ਮਹੀਨੇ ਦਾ ਹੀ ਹੈ। ਇਹ ਹਾੜ ਦਾ ਮਹੀਨਾ ਇਸ ਨੂੰ ਬੜਾ ਤੱਤਾ ਲੱਗਦਾ ਹੈ, ਬਹੁਤ ਸੇਕ ਮਾਰਦਾ ਹੈ। ਹਰ ਨਾਹੋ ਨਾ ਜਿੰਨਾ ਪਾਸ। ਬੜੀ ਲੋਆਂ ਵਗਦੀਆਂ, ਬੜਾ ਕੁਝ ਹੋ ਰਿਹਾ ਹੈ। ਕਈ ਰੀਸ ਲੋਕ ਨਾ ਇਹ ਤਿੱਖੀਆਂ ਲੋਆਂ, ਬਹੁਤ ਤੇਜ਼ੀ ਗਰਮੀ ਦੀ ਸਾੜ ਸਾੜ ਪੈ ਰਿਹਾ ਹੈ। ਆ ਸਰਬ ਉਸੇ ਸਾੜੇ ਸਾੜ ਪੈ ਰਿਹਾ, ਸਾੜੇ ਸਾੜ ਸਾਰੇ ਪਾਸੇ ਤੇ। ਕੁਝ ਸਰਦਖਾਨੇ ਵਿੱਚ ਚਲੇ ਜਾਂਦੇ ਰੀਸ ਲੋਕ, ਕੋਈ ਕਸ਼ਮੀਰ, ਕੋਈ ਜੰਬੂ ਆਦਿ। ਇਸ ਤਰ੍ਹਾਂ ਸਾਧ ਸੰਗਤ ਜੀ, ਇਹ ਮਹੀਨਾ ਜਦੋਂ ਜਲ ਜੰਤੂ ਸਾਰੇ ਪਾਣੀ ਦੀ ਘਾਟ ਹੋਣ ਤੋਂ, ਜਿਹੜੇ ਗੁਰਮਤਹੀਨ ਆ ਨਾ, ਗੁਰਮਤਹੀਨ ਵਿਚਾਰੇ, ਜਿਵੇਂ ਸਾਧ ਸੰਗਤ ਜੀ ਸੂਰਜ ਦੀਆਂ ਕਿਰਨਾਂ ਰੇਤੇ 'ਤੇ ਪੈਂਦੀਆਂ, ਰੇਤਾ ਚਮਕਦਾ ਹੈ। ਉਹ ਰੇਤਾ ਚਮਕਦਾ ਪਾਣੀ ਹੋਣਾ, ਪਾਣੀ ਸਮਝ ਕੇ ਹਰ ਨੂੰ ਬੜੇ ਪੱਖ ਲਾਉਂਦੇ, ਭੱਜੇ ਭੱਜੇ ਜਾਂਦੇ, ਮਿਰਗ ਤੇ ਉਹਨਾਂ ਪਾਣੀ ਪਾਣੀ ਉੱਥੇ ਕਿੱਥੇ ਹੈ। ਇਸ ਤਰ੍ਹਾਂ ਵਾਹਿਗੁਰੂ ਪਰਮਾਤਮਾ ਦੀ ਜਿਹੜੀ ਚੇਤਨ ਸਤਤਾ, ਚੇਤਨ ਸਤਤਾ, ਇਹ ਮਾਇਆ ਰੇਤੇ 'ਤੇ ਪੈ ਰਹੀ ਹੈ। ਜੀਵ ਇਸ ਨੂੰ ਸੱਚੀ ਸਮਝ ਕੇ ਵੀ ਅੱਛੀ ਹੋਣੀ, ਚੰਗੀ ਹੋਣੀ, ਬੜੇ ਨੱਠ ਬੜੇ ਪੱਖ ਲਾਉਂਦੇ, ਬੜੇ ਸੱਜੇ ਖੱਬੇ ਭੱਜਦੇ हैं, ਬਹੁਤ ਮਿਹਨਤਾਂ ਕਰਦੇ हैं, ਨੱਠੇ ਫਿਰਦੇ हैं, ਪਰ ਕਿਨੇ ਨਾ ਕੀਏ ਕਾਜ ਮਾਇਆ ਪੂਰੇ। ਸਤਤਾ ਹੈ ਨਹੀਂ, ਮਾਇਆ 'ਚ ਕਿੱਥੇ ਸਤਤਾ, ਅਨਹੋਈ ਜੀ ਮਿਥਿਆ ਹੀ ਹੈ। ਇਸ ਤਰ੍ਹਾਂ ਸਾਰੇ ਪਾਸੇ ਤੋਂ ਆਪ ਸ਼ੇਸ਼ ਕਰਕੇ ਸਾੜੇ ਸਾੜ ਪੈ ਰਿਹਾ, ਬੜੀ ਗਰਮੈਸ਼ ਪੈ ਰਹੀ ਹੈ। ਇਸ ਤਰ੍ਹਾਂ ਗੁਰਮਾਈ ਭਾਈ ਪ੍ਰੇਮੀ ਇਸ ਸਾੜ ਤੋਂ ਬਚਣ ਵਾਸਤੇ, ਇਸ ਗਰਮੀ ਤੋਂ ਬਚਣ ਵਾਸਤੇ ਜਿਹੜਾ ਸਾਧ ਸੰਗਤ ਹੈ, ਇਹ ਠੰਡਾ ਥਾਂ ਹੈ, ਇਹ ਸਿਮਲਾ ਹੈ, ਇਹ ਕਸ਼ਮੀਰ ਹੈ। ਇੱਥੇ ਆ ਕੇ ਸੰਗਤ ਵਿੱਚ ਕਥਾ ਵਿਚਾਰ ਸੁਣਦੇ ਹਾਂ। ਕਥਾ ਵਿਚਾਰ ਸੁਣ ਕੇ ਨਾ ਬਕਾਰਾਂ ਤੋਂ ਰਹਿਤ ਹੋਣਾ, ਬਚਣਾ। ਇਹ ਕਥਾ ਵਿਚਾਰ ਸੁਣ ਕੇ ਸ਼ਾਂਤੀ ਨੂੰ ਪ੍ਰਾਪਤ ਕਰਦੇ, ਠੰਡ ਨੂੰ ਪ੍ਰਾਪਤ ਕਰਦੇ ਹਨ ਗੁਰੂ ਪਿਆਰੇ। ਅੱਜ ਕੱਲ੍ਹ ਕੋਈ ਬਿਰਛਾਂ ਦੀ ਛਾਂ ਦੀ ਓਟ ਲੈ ਰਿਹਾ, ਕੋਈ ਕੱਸੀਆਂ ਦੇ ਕਿਨਾਰੇ ਕਿਨਾਰੇ ਬੈਠੇ, ਨਦੀਆਂ ਦੇ ਹੀ। ਇਸ ਤਰ੍ਹਾਂ ਜਿਹੜੀ ਭਗਤੀ ਹੈ ਨਾ, ਭਗਤੀ ਕਰਨੀ, ਭਗਤੀ ਇਹ ਵੀ ਸੋਮਾ ਹੈ। ਭਗਤੀ ਕਾਹੀ ਜਗ ਹੋਇਆ, ਭਗਤੀ ਦੀ ਤਸੀਰ ਠੰਡੀ ਹੈ। ਜਿਹੜੇ ਭਗਤੀ ਕਰਦੇ ਭਗਤ ਲੋਕ, ਉਹ ਸੋਮੇ 'ਤੇ ਬੈਠੇ। ਜਿਹੜੇ ਆਪਣੇ ਨਾਲੋਂ ਉੱਚ ਵਿਅਕਤੀ, ਪਰਮਾਰਥਵਾਦੀ, ਚੰਗੇ ਸਿਆਣੇ ਦੀ ਜਿਵੇਂ ਬਿਰਧ ਦੀ ਛਾਂ ਤੱਕ ਇਸ ਤਰ੍ਹਾਂ ਤੱਕਦੇ ਹਨ। ਇਸ ਮਹੀਨੇ ਦੇ ਵਿੱਚ ਸਾਧ ਸੰਗਤ ਜੀਓ ਬਹੁਤ ਲੋਆਂ ਵਗਦੀਆਂ ਹਨ, ਬਹੁਤ ਤੇਜ਼ੀ ਹੈ। ਜਦੋਂ ਪਾਣੀ ਦੀ ਬਾਹਲੀ ਘਾਟ ਹੁੰਦੀ ਹੈ ਤਾਂ ਸਾਰੀ ਜਨਤਾ ਇਕੱਠੀ ਹੋ ਕੇ ਤਰਸਦੀਆਂ ਡੱਡੀਆਂ ਮੱਛੀਆਂ ਸਾਰੇ ਹੀ ਰੱਬ ਦੇ ਕੋਲ ਅਰਦਾਸ ਬੇਨਤੀ ਕਰਦੇ ਹਨ। ਸੋਨੀ ਪੁਕਾਰ ਦਤਾਰ ਗੁਰੂ ਨਾਨਕ ਜਗ ਮਾਹੇ, ਮਾਰਾ ਕਿਰਪਾ ਕਰੋ, ਬੜੀ ਔੜ ਲੱਗੀ ਹੈ, ਬਹੁਤ ਬੁਰਾ ਹਾਲ ਹੋ ਰਿਹਾ ਹੈ। ਤਾਂ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਕਾਲ ਪੁਰਖ ਨੇ ਬਦਲ ਰੂਪ ਹੋ ਕਰਕੇ, ਜਿਵੇਂ ਬਦਲ ਸਾਰੇ ਵਰਖਾ ਕਰਦਾ ਹੈ, ਸਾਰੇ ਪਹਾੜਾਂ 'ਤੇ ਰਹਿਣ ਵਾਲੇ ਸਮੇਰਾਂ 'ਤੇ ਸਿੱਧਾਂ ਨੂੰ ਵੀ ਤਾਰਿਆ, ਬਲੀ ਕੰਧਾਰੀ ਨੂੰ ਵੀ ਸਾਰਿਆਂ ਨੂੰ। ਪਰ ਜਿਹੜਾ ਅੰਮ੍ਰਿਤ ਰੂਪ ਪਾਣੀ ਹੈ, ਜਲ ਹੈ ਨਾ, ਇਹ ਗੁਰੂ ਦਾ ਉਪਦੇਸ਼ ਹੈ ਨਾ,
ਉਹ ਨੀਵੀਂ ਥਾਂ ਠਹਿਰਦਾ ਹੈ। ਜਿਵੇਂ ਪਾਣੀ ਦਾ ਕੁਦਰਤੀ ਸੁਭਾਅ ਹੈ ਨਾ, ਨੀਵੇਂ ਥਾਂ ਖਲੋਂਦਾ। ਇਸ ਤਰ੍ਹਾਂ ਜਿਹਨਾਂ ਗੁਰਮੁਖਾਂ ਦੇ ਨਿਮਰਤਾ ਸੰਯੁਕਤ ਮਨ ਹਨ, ਬੜੀ ਨਿਮਰਤਾ ਹੈ, ਉੱਥੇ ਗੁਰੂ ਦਾ ਉਪਦੇਸ਼, ਵਰਖਾ ਉਪਦੇਸ਼, ਗੁਰਬਾਣੀ ਉਪਦੇਸ਼ ਉੱਥੇ ਠਹਿਰਦਾ ਹੈ। ਜਿੱਥੇ ਪਾਣੀ ਠਹਿਰ ਗਿਆ ਉੱਥੇ ਹਰਿਆਵਤਾ ਪ੍ਰਫੁੱਲਤਾ ਹੁੰਦੀ ਹੈ। ਹੜ੍ਹ ਦਾ ਮਹੀਨਾ, ਸਾਰੇ ਪਾਸੇ ਤੋਂ ਸੇਕ ਸੇਕ ਵੱਜ ਰਿਹਾ ਹੈ। ਹਰ ਕੰਤ ਨਾ ਜਿਹਨਾਂ ਪਾ, ਜਿਹਨਾਂ ਕੋਲ ਵਿਛੋੜੇ ਵਾਲੀ ਹਨ, ਵਿਛੋੜੇ ਦਾ ਦੁੱਖ ਜਿਵੇਂ ਫਰੀਦ ਨੇ ਬਿਆਨ ਕੀਤਾ। ਫਰੀਦ ਸਾਹਿਬ ਇੱਕਦਮ ਭੁੱਖ ਲੱਗੀ ਤੁਰੇ ਫਿਰਦੇ ਨੇ, ਝੂਰੀ ਦਾਣੇ ਭੁੰਨਦੀ ਸੀ, ਉਹਦੇ ਕੋਲ ਜਾ ਬੈਠੇ। ਉਹਨਾਂ ਲੱਭ ਦਾਣੇ ਦੇ ਉੱਤੇ ਭੁੰਨੇ ਹੋਏ ਛਕੇ ਗਏ। ਛਕਣ ਤੋਂ ਸੰਭਾਦੀ ਲੱਗੀ। ਝੂਰੀ ਕਹਿੰਦੀ ਹੈ, ਅੱਗ ਅੱਗ ਦਾ ਅੱਗ, ਉਹ ਤਾਂ ਭਗਤੀ ਲੋੜੇ ਨੇ ਸ਼ਾਂਤਮਈ ਬਿਰਤੀ ਹੈ। ਉੱਥੇ ਕਿੱਥੇ ਸੁਣਨਾ ਸੀ। ਦਾਣੇ ਫੇਰ ਵਾਲੀ ਖੁੰਡੜੀ ਆਉਂਦੀ ਨਾ, ਉਹ ਲਾਤੀ ਕੁਲੱਗ। ਫਰੀਦ ਨੇ ਆਖਿਆ, ਫਰੀਦਾ ਬਾਰ ਪਾਇਆ ਬੈਸਣਾ ਸਾਈਂ ਬੁਝਾ ਨਾ ਦੇ, ਜੇ ਤੂੰ ਮੇਰਾ ਜਿਉ ਸਰੀਰੋਂ ਲੈ। ਸੱਚੇ ਪਾਤਸ਼ਾਹ ਝੂਰੀ ਵਰਗੇ ਦੇ ਦਰਾਂ 'ਤੇ ਬੱਲੇ ਬੱਲੇ ਜ਼ਿੰਦਗੀ ਜੀ ਤੇ ਸਮੇਤ ਲੈ ਲਓ। ਵਿਛੋੜੇ ਦਾ ਦੁੱਖ ਬਹੁਤ ਵੱਡਾ ਮਨ ਹੈ। ਵਿਛੋੜਾ ਜਬੋਰ ਖਵੇ ਨਾ ਵਜਨ ਗਾਖੜੋ, ਬਹੁਤ ਵੱਡਾ ਮਨ ਹੈ। ਇਸ ਤਰ੍ਹਾਂ ਪਤੀ ਘਰ ਵਿੱਚ ਹੈ ਪਰ ਰਸੂਖ ਨਹੀਂ, ਅਵੈੜੀ ਹੈ, ਛੱਡੀ ਛਡਾਈ ਹੈ। ਪਤੀ ਦਾ ਘਰ ਹੈ, ਉਹਨੂੰ ਬੜਾ ਦੁੱਖ ਹੁੰਦਾ। ਜਿਵੇਂ ਚੰਦਰਮਾ ਦੀ ਕਿਰਨਾਂ ਅੰਮ੍ਰਿਤ ਭਰਾਂ ਆਉਂਦੀਆਂ, ਠੰਡ ਪੈਦਾ ਕਰਦੀਆਂ, ਪਰ ਪਤੀ ਵਿਛੋੜੇ ਵਾਲੀ ਨੂੰ ਬਹੁਤ ਤਿੱਖੇ ਤੀਰ ਵੱਜਦੇ। ਇਸ ਤਰ੍ਹਾਂ ਜਿਹਨਾਂ ਨੂੰ ਪਤੀ ਖਿਆਲੇ ਨਹੀਂ, ਇਸ ਪਾਸੇ ਲੱਗਦੇ ਹੀ ਨਹੀਂ। अंतरात्मा एक के बीत दिल में को दिल है, दिल को जो ही ठोर मुकामा है तो नेड़े है, प्रभ नेर हो तो नेर है, ख्याल नहीं इस पासे। इस तरह जेड़े आज्ञाकार पति दे आज्ञाकार, पति ने प्रेस रूप समझी भी आज्ञाकार है। प्रेमन कोई नमानी सेव होवे तो प्रीतम हुआ तो प्यारे ही बड़ी सेवा करती है, बहुत आज्ञाकार है। पति ने पति देव करके समझी है। वो सगल सौखी देर जठानी सगल माए श्रेष्ठ मती ज्येष्ठ उत्तम, उस सारा पेके घर भी सारा होरां नूं संतोख दिंदी है। ਉਹਦੀ ਸਿਫਤ है बड़ी सलांघा वाली है। इसने तो जो दरानी आशा है कृष्णा जसानी है, इन्हों भी रोकया होया है, किसी ने भी जितया होया है। ਉਹਦਾ बड़ा सत्कार है बीबी का। इस तरह ਜਿਹੜੇ रब दे प्यारे हैं, निवासां दे प्यारे हैं, कोई न मानी वो बड़ा सेवा करते हैं, बहुत सेवा भाव रखते हैं। संगत पानी पौना पानी बड़ा कोई करते हैं, कन्हैया सर व्याप समझ गए। इस तरह झाड़ू बाड़ू देना बड़ी सेवा करते हैं रब दे प्यारे। ਅਤੇ ਸਾਧ ਸੰਗਤ ਜੀਓ, ਉਹ ਫਿਰ ਜ਼ਮਾਨਾ ਕੋਈ ਹੋਵੇ ਕੋਈ ਵੀ ਹੋਵੇ, ਉਹ ਕਿਸੇ ਜ਼ਮਾਨੇ ਵਿੱਚ ਘਬਰਾਉਂਦੇ ਨਹੀਂ, ਸੁੱਖ ਸ਼ਾਂਤੀ ਨਾਲ ਰਹਿੰਦੇ ਹਨ। ਜਿਹੜੇ ਰੱਬ ਦੇ ਪਿਆਰੇ ਨਾ, ਉਹ ਤਾਂ ਹਮੇਸ਼ਾ ਹੀ ਜਪ ਤਪ ਕਰਦੇ, ਸਿਮਰਨ ਕਰਦੇ, ਕੋਈ ਜ਼ਮਾਨਾ ਨੂੰ ਕਹਿੰਦਾ ਹੀ ਨਹੀਂ। ਜਿਵੇਂ ਸਮੁੰਦਰ ਬੂੰਦ ਮੇਲੀ ਹੁੰਦੀ ਹੈ, ਇਸ ਤਰ੍ਹਾਂ ਮੇਲੇ ਰਹਿੰਦੇ ਪਰਮੇਸ਼ਰ ਬ੍ਰਹਮ ਗਿਆਨੀ ਤੱਤ ਵਿੱਚ ਜੀਵਨ ਮੁਕਤ ਜਗ ਜੀਵਨ ਪੁਰਖ ਤਿਆਗ ਕੈ। ਜਿਹੜਾ ਸੰਸਾਰ ਦਾ ਜੀਵਨ ਹੈ, ਜੇ ਬਾਝ ਨਾ ਜੀਆ ਜਾਈ, ਜਬ ਮਿਲਤ ਕਾਲ ਜਾਈ, ਜਬ ਨੇ ਜੋਤ ਕੇ ਚੈ ਸਵਾਮੀ ਤਬ ਕੁਛ ਕਰੋ ਵਿਖਾ ਦੁਖਿਆਨਾ।
ਉਹਦੇ ਬਗੈਰ ਕੁਝ ਵੀ ਨਹੀਂ ਬਣਦਾ। ਜਦੋਂ ਆਪਣੀ ਜੋਤ ਖੇਚਲ ਹੁੰਦਾ, ਨੇਤਰ ਵੀ ਅੰਨੇ ਹੋ ਜਾਂਦੇ ਆ, ਰਸਨਾ ਬੋਲਦੇ ਹੀ ਨਹੀਂ, ਹੱਥ ਕਿਰਿਆ ਨਹੀਂ ਕਰਦੇ, ਪੈਰ ਆਵਾਜ਼ ਨਹੀਂ ਚੁੱਕਦੇ। ਜਿਹੜਾ ਜਗ ਦਾ ਜੀਵਨ ਹੈ ਪਰਮਾਤਮਾ, ਆਤਮਾ ਰੂਪ ਹੋ ਕੇ ਅੰਦਰ ਸਾਡੇ ਸਰੀਰ ਦੀ ਕਿਰਿਆ ਕਰਾ ਰਿਹਾ ਹੈ। ਨੇਤਰਾਂ ਨੂੰ ਦੇਖਣ ਸ਼ਕਤੀ, ਪੈਰਾਂ ਨੂੰ ਆਵਾਜ਼ ਚੁੱਕ, ਹੱਥਾਂ ਨੂੰ ਪਕੜ ਸ਼ਕਤੀ, ਤਵਕ ਆਦਿ ਨੂੰ ਕਿਰਿਆ ਕਰਨ ਦੀ ਸਾਰੀ ਸ਼ਕਤੀ ਦੇ ਰਿਹਾ। ਉਹ ਜਗ ਦੇ ਜੀਵਨ ਰੂਪ ਪਰਮਾਤਮਾ ਨੂੰ ਛੱਡ ਕੇ ਮਾਨਸ ਸੰਧੀ ਆਸ, ਮਨੁੱਖ ਦੀ ਆਸ ਕਰ ਲਈ। ਮਨੁੱਖੀ ਟੇਕ ਬਿਰਥੀ ਸਭ ਜਾਨ, ਦੇਵਨ ਕੋਈ ਕਹਿ ਭਗਵਾਨ। जिसका दिया रहेगा आए बोर न तिसना लग आए, मारे रखे एक मनुख का किछ नाही हाथ। मानस दात ना होए तुम दाता सारा, मानस खरा मान सेवा खरी दुहेली बड़ी औखी है। किसी व्यक्ति को खुश करना, उसकी सेवा करनी ना बहुत औखी है। वो कहते तू लेट आंदा, अच्छा तेरी तनख्वाह कटते हैं, अच्छा तो तू सत्कार नहीं करता, उठदा नहीं। बहुत कई बार उसने 12 पत्थर कर देंगे हैं। बंदा बड़ा होछा, जे एक अध करे चंगियाई, एक अद्धी चंगियाई करे मन च तो बहुत फवावा है। बंदा ऐसा एक अद्धा काम चंगा करके बड़ा मैं ऐं किता है, मैं ऐं किता है। मानस की सेवा करनी बड़ी औखी है, निर्फल है, कोई फायदा नहीं। मनुख मनुख तो नहीं, पशु पशु तो नहीं मंगता, जानवर जानवर मनुख है। वो मनुखों से आस रख रहे हैं। बड़े बड़े बावे बैठे हैं, बड़े बड़े डेढ़ खंड चल रहे, बड़े तागे तवेजे करते हैं, बड़े काड़े मंत्र जंत्र जे करते हैं। बहुत पुठा चक्कर चल रहा, उन्होंने जाके अगर नक रगड़ते हैं। दोया भाए बगुची है, ਜਿਹੜੀ ਦੋਇਆ ਤੇ ਈਰਖਾ ਦੇ ਤਾਂ ਖਰਾਬੇ ਹੋਈਦਾ। ਇਹਨੂੰ ਦੁਬਦਾ ਕਰ ਬੋਲ ਤੇ ਗਾਲੇ ਰਾਮ ਭਗਤ ਹੈ ਸਦਾ ਸਕਾਲੇ, ਜੇ ਸਮਾਰੇ ਸੋਏ ਜੇ ਸੰਭਾਈ ਪੂਰਾ। ਜਿਹੜਾ ਦੁਐਤ ਭਾਵ ਹੈ, ਦੁਐਤੀ ਬੰਦਾ ਐਸਾ ਨਾ ਉਹਨੂੰ ਮਾਂ, ਨਾ ਉਹਨੂੰ ਪਿਓ, ਨਾ ਉਹਨੂੰ ਭਰਾ, ਉਹ ਵੀ ਚੰਗਾ ਲੱਗਦਾ ਹੀ ਨਹੀਂ। ਜਿਹਦੇ ਦੁਵੈਤੀ ਬੁੱਧੀ ਹੈ ਨਾ, ਪਿਓ ਦੇ ਵੀ ਪੱਗ ਲਾਉਂਦਾ ਹੈ, ਭਰਾਵਾਂ ਦੀ ਪੱਗ ਲਾਉਂਦਾ ਹੈ, ਸਾਧੂ ਮਹਾਤਮਾ ਉੱਤੇ ਵੀ ਚੰਗਾ ਝਾੜੂ ਵੇਰਦਾ ਹੈ। ਦੁਵੈਤ ਵਿੱਚ ਲਾ ਕੇ ਦੂਏ ਭਾਵ ਵਿੱਚ, ਦੂਜਾ ਭਾਵ ਕੀ ਹੈ? ਦੇਵੀ ਦੇਵਤੇ। ਸਤਿਗੁਰ ਸੱਚਾ ਛੱਡ ਕੇ ਮਨ ਬੰਦਾ, ਜਿਹੜਾ ਦੂਆ ਕੀ ਦੇਵੀ ਦੇਵਤੇ ਰੱਬ ਤੋਂ ਦੂਜੇ ਕੀ ਪਦਾਰਥ ਹਨ, ਇਹਨਾਂ ਵਿੱਚ ਲੱਗ ਕੇ ਜੀਵ ਫਸ ਕੇ ਦੁਖੀ ਹੁੰਦਾ ਹੈ। ਗਲ ਪਈ ਸੋ ਜਮ ਕੀ ਫਾਸ, ਲੋ ਮਾੜੇ ਕੰਮ ਕਰਨ ਤੋਂ ਸਾਰੀ ਉਮਰ ਪੁੱਠੇ ਕੰਮ ਕੀਤੇ ਆ। ਜੂਏ ਜਨਮ ਨਾ ਹਾਰੇ ਆਪਣਾ, ਜੂਏ ਖੇਡੇ ਆ, ਠਗੀਆਂ ਠੋਰੀਆਂ ਬਦਮਾਸ਼ੀਆਂ ਲੁਚਪਣਾ ਬੜਾ ਕੁਝ ਕੀਤਾ ਹੈ। ਮਾੜੇ ਕੰਮ ਤੋਂ ਬਗੈਰ ਚੰਗਾ ਕੋਈ ਤੱਕਿਆ ਹੀ ਨਹੀਂ, ਕੀਤਾ ਹੀ ਨਹੀਂ। ਮਾੜੇ ਕੰਮ ਹੋਣ ਤੋਂ ਜਮਾਂ ਦੀ ਫਾਹੀ ਪੈ ਜਾਂਦੀ ਹੈ। ਜਮ ਉਹਨੇ ਤਗੜੇ ਪਾਏ ਹੱਥ, ਜਮਾਂ ਦਾ ਫਾਹਾ ਪੈ ਜਾਂਦਾ ਹੈ। ਜਿਹੜੇ ਮਾੜੇ ਕੰਮ ਕਰਦੇ, ਪੁੱਠੇ ਕੰਮ ਕਰਦੇ ਹੈ, ਉਹਨਾਂ ਨੂੰ ਆ ਕੇ ਜੰਮ ਪਕੜਦੇ ਹਨ। ਜਿਹਾ ਬੀਜੈ ਸੋ ਲੁਣੈ, ਜੀਵ ਜਿਹੋ ਜਿਹਾ ਕਰਮ ਕਰਦਾ ਸੋ ਲੁਣੈ ਵੱਧਦਾ ਹੈ। ਅਜੈ ਰਾਜਾ ਹੋਇਆ, ਰਾਮਚੰਦਰ ਦਾ ਦਾਦਾ ਹੀ ਸਾਹਿਬ ਰਾਮਚੰਦਰ ਦੇ ਕੁਲ ਵਿੱਚੋਂ ਹੋਇਆ। ਘੋੜਿਆਂ ਦੇ ਤੰਬੇਲ ਵਿੱਚ ਖੜਿਆ, ਕੋਈ ਤਰੀਕਾਰਦਰਸ਼ੀ ਸਾਧੂ ਆ ਗਿਆ ਬਰਾਗਤ, ਲੱਖ ਲੱਖ ਜਗ੍ਹਾ 'ਤੇ। ਕਹਿੰਦੇ ਸਾਧੂ ਤੰਬੇਲੇ ਵੀ ਖੜਿਆ ਮੈਂ, ਇੱਥੇ ਕੀ ਹੈ, ਲਿੱਦ ਪਾ ਦਿਆਂ? ਕਹਿੰਦੇ ਮੈਂ ਤਾਂ ਹਟਾਉਂਦਾ ਨਹੀਂ, ਜਿਹੜਾ ਕੋਈ ਕਰਨਾ ਕਰ ਲੈ। ਉਹਨਾਂ ਨੌਕਰ ਨੂੰ ਕਹਿ ਕੇ ਆਪ ਇਹ
ਭਾਰਤਾ ਬੁਕਲਿਤ ਦਾ ਸਾਧੂ ਸਭ ਸੰਤੋਖੀ ਹੀ। ਆ ਕੇ ਕੋਟੀਆ ਕੋਲ ਮੂਹਰੇ ਇੱਕ ਪਿੱਪਲ ਸੀ, ਉਹਦੇ ਕੋਲ ਰੱਖਤਾ ਦੈ ਦੁਨੀਆ 17 ਅੱਖਰ ਦਾ ਦੁਨਾ ਰੋਜ਼ ਵਾਧਾ ਢੇਰੇ ਲੱਗੇ ਬੜਾ ਤਗੜਾ। ਉੱਥੇ ਰਾਜਾ ਇੱਕ ਦਿਨ ਬਾਹਰ ਸ਼ਿਕਾਰ ਗਿਆ। ਉਹ ਕਹਿੰਦੇ ਵਜ਼ੀਰ ਸਤਸੰਗੀ ਸੀ, ਉਹ ਸਾਧੂ ਕੋਲ ਜਾਂਦਾ ਸੀ। ਬੱਲੇ ਬੱਲੇ ਲਿਦਾ ਢੇਰ, ਕਿਤੇ ਗੋਤ ਫੌਜਾਂ ਰੱਖੀਆਂ, ਮੇਰਾ ਰਾਜ ਨਾ ਖੋਲ੍ਹੇ, ਕੌਣ ਹੈ ਪੜਤਾਲ ਕਰ। ਪੁੱਛਿਆ ਸਾਧੂ ਮਹਾਤਮਾ ਜੀ ਆ ਲਿਦ ਕੋਈ ਕੋਲੇ ਨੇ ਬਛੇਰਾ ਨਹੀਂ ਆ ਲਿਦਾ। ਉਹ ਕਹਿੰਦੇ ਤੂੰ ਅਮਕੇ ਦਾ ਵਜ਼ੀਰ ਹੈ? ਹਾਂ। ਇਹ ਤਾਂ ਅਜੈ ਰਾਜੇ ਨੇ ਖਰਾਇਤ ਪਾਈ, ਭਿਖਿਆ ਪਾਈ ਹੈ। ਇਹ ਕਹਿੰਦੇ ਉਹਨੂੰ ਖਾਣੀ ਪਊਗੀ। ਬੱਲੇ ਬੱਲੇ ਰਾਜੇ ਨੂੰ ਲਿਦ। ਕਹਿੰਦੇ ਰਾਜਾ ਲਿਦੇ ਪਾ ਸਕਦਾ? ਰਾਜਾ ਕੋਲ ਹੀਰੇ ਮੋਤੀ ਜਵਾਹਰਤ ਪੰਨੇ ਪਾਉਣ ਬੜਾ ਕੁਝ ਹੁੰਦਾ ਸੋਨਾ, ਬੜੇ ਮਸਲੇ ਹੁੰਦੇ ਰਾਜਨੀਤਿਕ ਜਿਹੇ। ਆ ਕੇ ਜੋ ਚਾਰਨੀ ਪਿਆ ਬਖਸ਼ ਲੋ ਜੀ, ਭੁੱਲ ਹੋ ਗਈ ਬਖਸ਼ ਲੋ, ਧਰ ਲੈ ਜੇ ਲਹੇ। ਮਹਾਰਾਜ ਦਾ ਕੁਝ ਪਾ ਦੱਸੋ। ਕਹਿੰਦੇ ਨਿੰਦਾ ਕਰਾ ਨਿੰਦਾ, ਜਿਉਂ ਜਿਉਂ ਨਿੰਦਿਆ ਕਰਾਊਗਾ ਨਿੰਦਗਾ ਕੋਲ ਉੱਡੀ ਜਾਊ, ਜਲ ਉੱਡੀ ਜਾਊ, ਉੱਡੀ ਜਾਊ, ਜਾ ਕੇ ਉਹਨਾਂ ਦੇ ਘਰਾਂ ਵਿੱਚ ਲੱਗ ਜਾਊ। ਇਸੇ ਕਰਕੇ ਗੁਰਾਂ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਹੈ, ਨਿੰਦਾ ਭਲੀ ਕਿਸੇ ਕੇ ਨਹੀਂ, ਮਨ ਮੂਤ ਕਰਾਨ ਬਹੁ ਕਾਲੇ ਤੇ ਨਿੰਦਕਾ ਨਰਕੇ ਭਕੌਰ। ਬਹੁਤ ਮਾੜੀ ਨਿੰਦਿਆ ਕਰਨੀ, ਸਾਰਾ ਨਾਲੋਂ ਮਾੜਾ ਕੰਮ। ਅਮਲਾ ਹੈ ਵੀ ਅਮਲਾ ਵਿੱਚੋਂ ਮਧਰਾ ਦੇਤਾ ਸਤ ਕੁਲ ਦਹਿ ਤਨੇਕ, ਜਗ ਜੋਠ ਸਤ ਕੁਲ ਦਹਿ ਨਿੰਦਾ ਦਹਿ ਅਨੇਕ। ਇਸ ਤਰ੍ਹਾਂ ਬਹੁਤ ਮਾੜੀ ਗੱਲ ਹੈ। ਨਿੰਦਾ ਕਰਾਈ ਉਡਾੜ ਗਿਆ, ਅਸਲੀਤ ਰਹਿ ਗਏ ਬੁੱਕ। ਕਹਿੰਦੇ ਲੈ ਜਾ, ਨਹੀਂ ਤਾਂ ਵੇਖ ਲੈ ਕੱਲ੍ਹ ਨੂੰ 10 ਬਣ ਜਾਣਗੇ। ਦੱਸੋ ਜੀ। ਕਹਿੰਦੇ ਅੰਕ ਇੱਕ ਸੰਤ ਹੈ ਕੁਟੀਆ ਵਿੱਚ, ਤੇਰੀ ਕਾਲ ਕਦੇ ਉਹਨਾਂ ਨੇ ਰਾਜਤ ਕਿਸੇ ਨੂੰ ਮਾੜਾ ਆਖਿਆ ਹੀ ਨਹੀਂ, ਕਿਸੇ ਦੀ ਨਿੰਦਿਆ ਕੀਤੀ ਹੈ ਨਹੀਂ। ਉਹਨਾਂ ਦਾ ਕੀ ਕਹਾਣੀ ਹੈ, ਜੋ ਮਰਜ਼ੀ ਨਿੰਦਿਆ ਕਰਦੇ ਨੇ ਬਸ ਉੜ ਜੋ ਮਰੋਸਰ ਜਾ ਮਾਰ ਕੇ ਨਾ ਚਲਾ ਗਿਆ। ਮੁੱਠੀ ਚਾਪੀ ਕਰ ਕਹਿੰਦਾ ਅਸੀਂ ਕੋਈ ਹਲਵਾ ਕਿਹਾ ਹੈ ਕਿ ਗੱਲ ਨਾ ਮੈਨੂੰ ਲੋੜੀ ਦੀ ਆ, ਤੁਹਾਨੂੰ ਲੋੜ, ਮੈਨੂੰ ਲੋੜੀ ਦੀ ਤੁਹਾਡੀ ਸੇਵਾ ਕਰ ਲੱਗ ਪਿਆ। ਕਹਿੰਦੇ ਦੇਖੋ ਅਜੈ ਰਾਜਾ ਆ ਇੱਥੇ ਦਾ ਰਾਜਾ, ਉਹਨੇ ਸਾਧੂ ਨੂੰ ਲਿਦ ਪਾਤੀ। ਕਹਿੰਦੇ ਓਏ ਸਾਨੂੰ ਖਿਲਾਉਣਾ ਚਾਹੁੰਦਾ, ਭੱਜ ਇੱਥੋਂ। ਭੱਜਿਆ ਆਇਆ। ਉਹ ਮਹਾਰਾਜ ਉਹ ਨਿੰਦਿਆ ਕਰਦੇ। ਕਹਿੰਦੇ ਲੈ ਜਾ। ਲਿਆਇਆ, ਦਾਲ ਸਬਜ਼ੀ 'ਚ ਪਾ ਕੇ ਨਾ ਮਸਾਲੇ ਪਾ ਕੇ ਖਾਂਦਾ ਸੀ, ਰੋਂਦਾ ਸੀ। ਜਿਹਾ ਬੀਜ ਦਾ ਵੱਢਣਾ ਪੈਂਦਾ, ਜਕੜੀਏ ਖਾਣ ਹੈ ਬੜਾ ਮਾੜਾ ਬੀਜ ਬੀਜਦਾ। ਭਾਈ ਤਾਰੂ ਸਿੰਘ ਦੀ ਖੋਪੜੀ ਲਾ ਦੀ, ਉਹ ਬੀਜ ਲਾਉਂਦੇ ਦੇਖ ਲਓ। ਭਾਈ ਤਾਰੂ ਸਿੰਘ ਦਾ ਛੇਤਰ ਵੱਜਦਾ ਨਰਕ ਸਿੱਟਾ ਗਿਰ ਗਿਆ। ਚੰਦੂ ਪਾਪੀ ਨੇ ਬੱਲੇ ਬੱਲੇ ਇੰਨਾ ਮਾੜਾ ਕੰਮ ਕੀਤਾ, ਇੰਨਾ ਭੈੜਾ ਮਾੜੇ ਕੰਮ ਦਾ ਬੀਜ ਬੀਜਿਆ। ਮੇਰੇ ਪਿੰਡ ਦੇ ਮਾਲਕ ਨੇ ਨੱਕ ਪਾ ਕੇ ਕੋਦਾ ਕੁਝ ਇਹਨਾਂ ਦਾ ਅੱਜ ਅਵਤਾਰ ਹੈ। ਪੰਜਵੇਂ ਪਾਤਸ਼ਾਹ ਅੰਮ੍ਰਿਤ ਸਾਹਿਬ ਸਭਾਈ ਮਾਨ ਹਨ। ਫਿਰ ਇੱਥੇ ਬਾਹਲਾ ਈਰਖਾ ਕਰ ਲਾਂਗਾ ਜ਼ਿਆਦਾ ਹੀ। ਇੱਕ ਅੱਧੀ ਗੱਲ ਹੈ, ਚਮਾਸਾ ਰੁੱਤ ਹੈ, ਬਰਸਾਤ ਸਲਾਬ ਹੋ ਜਾਂਦੀ ਵਸਤਰਾਂ ਨੂੰ। ਮਾਤਾ ਗੰਗਾ ਜੀ ਦੀ ਦਾਸੀ ਨੇ ਉੱਥੇ ਬਾਤਰ ਹਵਾ ਲਾਉਣ ਵਾਸਤੇ ਪਾਤੇ, ਪਰ ਇੱਥੇ ਦੀ ਦਾਸੀ ਚੜ੍ਹੀ। ਉਹ ਬੱਲੇ ਬੱਲੇ, ਉਹ ਦੇਖ ਕਰਮੂ, ਜੇ ਤੇਰਾ ਪਤੀ ਵੱਡਾ ਸੀ ਗੁਰੇ, ਆਹ ਦੇਖ ਲੈ, ਆਹ ਤੋਹਫੇ, ਆਹ ਚੀਜ਼ਾਂ ਮਿਲਣੀਆਂ ਸੀ।
ਜਦੋਂ ਦੇਖਿਆ ਕਾਲਜਾ ਖਿੱਚ ਹੋ ਗਿਆ ਉਹਦਾ ਤਾਂ ਮਸਾਂ ਹੀ ਦਾਸੀ ਨੂੰ ਪਕੜੇ ਗਏ ਹੇਠਾਂ ਉਤਰੀ, ਬੜੀ ਈਰਖਾ ਜਿਹੀ ਕਰਨ ਲੱਗੀ। ਉਹ ਕੀ ਕੋਈ ਗੱਲ ਨਹੀਂ, ਇਹਨਾਂ ਦੇ ਸਪੁੱਤਰਾਂ ਨੂੰ ਪੁੱਤੇ ਹੀ ਰਹਿਣਗੇ। ਆ ਸ਼ਰਾਪ ਦੇ ਦਿੱਤਾ। ਮਾਤਾ ਗੰਗਾ ਜੀ ਨੇ ਦਾਸੀ ਤੋਂ ਸੁਣ ਕੇ ਮਹਾਰ ਲੱਖਾਂ ਨੂੰ ਦਾਤਾਂ ਬਖਸ਼ਦੇ, ਸੰਸਾਰ ਨੂੰ ਗੁਰੇ ਦੇ ਮਾਲਕ ਹੋ, ਗਰਿਆਈ ਗੱਦੀ ਦਾ ਮਾਲਕ, ਘਰ ਦਾ ਮਾਲਕ ਬਖਸ਼ੋ। ਕਹਿੰਦੇ ਬਾਬਾ ਬੁੱਢਾ ਜੀ ਬਾਲ ਜਤੀ ਹੈ, ਸਤਿਗੁਰੂ ਨਾਨਕ ਦੇਵ ਦੇ ਅਸਲੀ ਸੇਵਾਦਾਰ ਹੈ। ਉਹਨਾਂ ਤਾਂ ਵਰ ਲੈ ਤੇਰੀ ਇੱਛਾ ਹੈ। ਦਾਸੀਆਂ ਰਾਤ ਰੁਖ ਲੈ ਕੇ ਚਲੇ ਗਏ। ਬੀੜ ਵਿੱਚ ਰਹਿੰਦੇ ਬਾਬਾ ਜੀ। ਜਦੋਂ ਘੰਟੇ ਟੱਲੀਆਂ ਖੜ ਗਈਆਂ, ਜਨ ਬੜੇ ਉਹਦੇ ਭਾਅ ਦੀ ਬਣ ਗਈ। ਇੱਕ ਸੇਵਾਦਾਰ ਕਹਿੰਦੇ ਕੌਣ ਹੈ? ਉਹ ਗੁਰੂ ਦੇ ਆ। ਕਹਿੰਦੇ ਨਾ ਭਾਜੜ ਕਿਵੇਂ ਪੈ ਗਈ? ਮਠਿਆਈਆਂ ਲੈ ਕੇ ਮਾਤਾ ਜੀ ਉਤਰੇ। ਮਾਤਾ ਕਿਧਰ ਭਾਜੜ ਪੈ ਗਈ? ਮਾਤਾ ਤਾਂ ਕੀ ਬੋਲੇ, ਕਹਿੰਦੇ ਬੋਲੇ ਬੋਲੇ ਗੱਲ ਸੋਚੀ ਬਣ ਗਈ। ਘਰ ਆਏ, ਪੰਜਵੇਂ ਪਾਤਸ਼ਾਹ ਦੇ ਕਹਿ ਕੀ ਗੱਲ ਹੋ ਗਈ? ਪਹਿਲੋ ਸਰਾਫੇ ਹੋ ਗਿਆ। ਕਿਵੇਂ ਗਈ ਸੀ ਬਾਹਰ? 50-60 ਸੇਵਕਣੀਆਂ ਰਾਤ ਪਹਿਲਾਂ ਤਾਂ ਕਹਿੰਦੇ ਦਿਖਾਉਣ ਚਾਹੀਦਾ। ਸਾਡੇ ਕੋਲ ਗੁਰੂ ਘਰ ਇਉਂ ਹੈ, ਨਿਮਰਤਾ ਸਵਰੂਪ ਜਾਈਦਾ। ਇਸ਼ਨਾਨ ਪਾਨ ਕਰਕੇ 5 ਸਿੰਘਾਂ ਦਾ ਪ੍ਰਸਾਦਾ ਤਿਆਰ ਕਰਨਾ, ਆਪੇ ਦਹੀਂ ਰਿੜਕਣਾ, ਗਾੜੀ ਦੀ ਲੱਸੀ ਰੱਖਣੀ ਹੈ, ਅੱਗ 'ਤੇ ਥੋੜ੍ਹਾ ਜਿਹਾ ਘਿਓ ਜਿਹਾ ਛਿੱਟ ਕੇ ਧੂਪ ਦੇਣੀ ਹੈ, ਮੋਟੇ ਮੋਟੇ ਗੰਢੇ ਲੈ ਕੇ ਜਾਣੇ, ਨੰਗੇ ਪੈਰੀ ਜਾਣਾ ਬਾਬਾ ਜੀ ਕੋਲ। 2100 ਨੂੰ ਗਏ ਸੀ ਮਾਤਾ ਜੀ, 2100 ਨੂੰ। ਕਹਿੰਦੇ ਅਸੀਂ ਕਰਾਂਗੇ ਕੋਈ, ਚਲੋ ਤੁਸੀਂ। ਪੰਜਵੇਂ ਪਾਤਸ਼ਾਹ ਨੇ ਭੁੱਖੇ ਲਾਤੇ ਬਜ਼ੁਰਗ ਬ੍ਰਹਮ ਗਿਆਨੀ ਨੂੰ। ਉਹ ਬੇੜ ਦੇ ਬਾਹਰ ਨਿਕਲ ਗਏ, ਵੱਟ 'ਤੇ ਦੇਖੀ ਜਾਂਦੇ ਹੈ। ਇਤਨੇ ਚਿਰ ਨੂੰ ਮਾਤਾ ਜੀ ਆ ਗਏ। ਮਾਤਾ ਜੀ, ਪੁੱਤਰਾਂ ਦੀ ਭੁੱਖ ਦਾ ਮਾਤਾ ਨੂੰ ਪਤਾ ਹੁੰਦਾ। ਆਪੇ ਸਿਰ 'ਤੇ ਲੱਸੀ ਪ੍ਰਸਾਦੇ ਲਾਏ, ਬੈਠ ਕੇ ਲਾਗੇ ਛਕਣ। ਪੰਜਵੇਂ ਪਾਤਸ਼ਾਹ ਨੇ ਬਦਲੀ ਇੱਕ ਭੇਜੀ, ਬੜੀ ਲਿਸਕੀ ਚਮਕੀ। ਮਾਤਾ ਜੀ, ਇਸ ਤਰ੍ਹਾਂ ਫੌਜਾਂ ਹੋਣਗੀਆਂ ਬੱਦਲਾਂ ਵਾਂਗ ਛੇ ਪਾਤਸ਼ਾਹ ਕੋਲ, ਇਸ ਤਰ੍ਹਾਂ ਆ ਜਰਵਾਨਾਂ ਦਾ ਸਿਰ ਵੱਢਣ ਦੇ ਕਿਰਪਾਨਿਓਂ ਚਮਕ, ਜਿਵੇਂ ਰੁਪਏ ਪੰਨਣਾ ਮੁਗਲਾਂ ਦੇ ਸਿਰ ਭੰਨਣਗੇ। 2100 ਨੂੰ ਵਾਰ ਮਿਲਿਆ ਸੀ। ਆ ਗਏ। ਮਹਾਰਾਜ ਨੇ ਸੋਚਿਆ ਵੀ ਵਾਰ ਤੇ ਪਹਿਲਾਂ ਸਰਾਪ ਹੈ, ਭਾਜੜ ਹੁੰਦਾ, ਸਾਰਾ ਸਮਾਨ ਲੱਦ ਲਓਗੇ, ਟਰਾਲੇ ਘਰ ਛੱਡ ਕੇ ਜਾਣਾ ਹੁੰਦਾ। ਮਹਾਰਾਜ ਕਹਿੰਦੇ ਪਹਿਲਾਂ ਆਹ ਸਹਾਰੀ ਹੈ। ਕਹਿੰਦੇ ਪ੍ਰਤੀਹਾ, ਤੈਨੂੰ ਚਾਂਸ ਦਿੰਦੇ ਹਾਂ, ਅਸੀਂ ਤੇਰੇ ਨਾਲ ਵੈਰ ਨਹੀਂ ਕਰਦੇ। ਅਸੀਂ ਹੋਰ ਥਾਂ ਦਿਨ ਕਰਦੇ, ਤੂੰ ਕਰ ਲੈ ਕਰੇਗੀ ਜੋ ਮਰਜ਼ੀ ਕਰ ਲੈ। ਬੜਾ ਖੁਸ਼ ਹੋਇਆ। ਗੱਦੀ ਲਾ ਕੇ ਕੋਈ ਆਇਆ ਹੀ ਨਹੀਂ, ਮੱਥਾ ਕਿਸੇ ਨੇ ਦੇਖਿਆ ਹੀ ਨਹੀਂ। ਸੋਚਿਆ ਕਰਕੇ ਫਿਰ ਮਹਾਰਾਜ ਵਡਾਲੀ ਸਾਹਿਬ ਚਲੇ ਗਏ। ਉੱਥੇ 1652 ਬਿਕਰਮੀ ਨੂੰ ਪੂਰਨਮਾਸੀ ਲੱਗ ਰਹੀ ਰਾਤ, ਅੰਮ੍ਰਿਤ ਵੇਲੇ ਮਹਾਰਾਜ ਦਾ ਅਵਤਾਰ ਹੋਇਆ। ਸਾਰੇ ਦੇਵਤਿਆਂ ਦੀ ਗੰਧਰਵਾਂ ਨੇ ਖੁਸ਼ੀਆਂ ਮਨਾਈਆਂ ਸਵਰਗਾਂ ਪੁਰੀਆਂ ਵਿੱਚ। ਸਵਰਗ ਦੇ ਰਾਗੀ ਗੰਧਰਵ ਬੀਬੀਆਂ ਪਛਰਾਵੀ ਰੂਪ ਧਾਰ ਕੇ ਗੰਧਰਵ ਆਏ ਹਾ ਹੂ, ਗਲੇ ਸਰਾਖ ਮਿੱਠੇ ਰਸੀਲੇ, ਕੀਰਤਨ ਕੀਤਾ। ਬੁੱਝ ਨਹੀਂ ਸਕਦੇ ਕਿੱਥੇ ਤੇ ਕੀਰਤਨ ਹੈ। ਘਰ ਘਰ ਬਿਜਲੀ ਵਰਖਾ, ਚੰਦਨ ਤਰੋਕਿਆ ਗਿਆ, ਬੜਾ ਖੁਸ਼ਬੂ ਪੈ ਰਹੀ ਹੈ। ਇਸ ਤਰ੍ਹਾਂ ਪੂਜਾ ਕਰਕੇ ਚਲੇ ਗਏ। ਦਾਸੀ ਨੇ ਦੱਸਿਆ, ਇਸ ਤਰ੍ਹਾਂ ਮਹਾਰਾਜ ਤੁਹਾਡੇ ਘਰ ਵਿੱਚ ਸਪੁੱਤਰ ਦੇ ਅਵਤਾਰ ਹੋਏ ਨਾ, ਗਰਗ ਦੇ ਮਾਲਕ ਪ੍ਰਗਟ ਹੋਏ।
ਸਤਿਗੁਰ ਸਾਚੇ ਦੀ ਆਪ ਤਿਰਜਣੋ ਆ ਸ਼ਬਦ ਪੜ੍ਹੇ ਮਹਾਰਾਜ ਨੇ। ਪੈ ਪਟਾਲੇ ਜੇ ਸੁਰ ਚੜ੍ਹਨ ਤੋਂ ਵਹ ਬੁੱਢਾ ਜੀ ਆ ਗਏ। ਵਹ ਬੁੱਢਾ ਜੀ ਬੜੇ ਪ੍ਰੇਮ ਨਾਲ ਗੁਰੂ ਦੇ ਚਰਨ ਮੱਥੇ ਨਾਲ ਲਾਏ। ਮਹਾਰਾਜ ਇਉਂ ਨਹੀਂ, ਸਾਡੇ ਵਚਨਾਂ ਨਾਲੋਂ ਨਹੀਂ, ਵਚਨ ਵੀ ਆਸ਼ੀਰਵਾਦ ਵੀ ਤੁਸੀਂ ਦਵਾਈ ਸੀ। ਬੜਾ ਪ੍ਰੇਮ ਸੀ। ਫਿਰ ਭਾਈ ਗੁਰਦਾਸ ਵੀ ਆਇਆ। ਇਸ ਤਰ੍ਹਾਂ ਅਵਤਾਰ ਹੋ ਗਿਆ। ਖੁਸ਼ੀਆਂ ਹੋ ਰਹੀਆਂ। ਮੈਂ ਚੰਦਰਮਾ ਦੀ ਚਾਨਣੀ ਚੰਗੀ ਲੱਗਦੀ ਸਾਰਿਆਂ ਨੂੰ, ਪਰ ਵਿਛੋੜੇ ਵਾਲੇ ਨੂੰ ਬੜਾ ਦੁੱਖ ਹੁੰਦਾ। ਪਰ ਇਸੇ ਨੂੰ ਬੜਾ ਦੁੱਖ ਹੋਇਆ। ਇਹਨੇ ਸ਼ਾਂਤ ਕਰਨ ਵਾਸਤੇ ਗੰਧਾਰੀ ਚੰਗਾ ਗਾਣਾ ਸਰਾਫੀ ਹੋਈ, ਦਾਈ ਦਾ ਕੰਮ ਕਰਦੀ ਸੀ। ਉਹਦੀ ਕਲਿਆਣ ਕਰਨ ਵਾਸਤੇ ਹੀ ਗੰਧਾਰੀ ਵੀ ਸੀ। ਬ੍ਰਹਸਪਤ ਨੇ ਸ਼ਰਾਪ ਦੇ ਦਿੱਤਾ, ਉੱਠੀ ਨਹੀਂ, ਸਤਿਕਾਰ ਨਹੀਂ ਕੀਤਾ। ਉਹ ਕਹਿੰਦਾ ਕਲਿਆਣ ਕਹਿੰਦੇ 6 ਪਾਤਸ਼ਾਹ ਕਰਨਗੇ। ਆਸਤਨਾ ਥਾਣਾ ਲਾ ਕੇ ਨਾ ਵਿਹ ਆ ਗਈ। 2 ਦਿਨ ਤਾਂ ਮਹਾਰਾਜ ਉਪਰਾਮ ਹੈ, ਦੁੱਧ ਚੁੰਗਦੇ ਹੀ ਨਹੀਂ। ਮਹਾਰਾਜ ਦੀ ਗੋਦ ਮਾਤਾ ਦੀ ਗੋਦ ਚੁੰਗਦੇ ਨਹੀਂ। ਜਿਹੜਾ ਬੱਚਾ ਮੇਰਾ ਦੁੱਧ ਚੁੰਗੋ ਉਹਦਾ ਕਦੇ ਨਿੱਤ ਨਹੀਂ ਦੁਖਦਾ, ਕੋਈ ਬੁਖਾਰ ਨਹੀਂ ਚੜ੍ਹਦਾ, ਲੰਮੀ ਉਮਰ ਹੋ ਜੀ। ਬੜੀ ਗੱਲਾਂ ਮਾਰੇ ਇਹ ਮਾਈਆਂ ਕੋਲ। ਮਾਤਾ ਭਤੀਜ ਗਈ। ਦੇ ਤਬ ਵੀਰ ਵੀਰ ਦੇ ਮਲਕ ਸਾਹਿਬਜ਼ਾਦੇ ਆਸਨ ਨੂੰ ਜ਼ਹਿਰ ਲਾਈ ਹੋਈ ਹੈ। ਇਸ ਨੇ ਪਾਈ ਹੋਈ ਆਸਨ ਬਣਾਉਣ ਜੀ। ਮਹਾਰਾਜ ਨੇ ਇਹਦਾ ਆਸਨ ਖਿੱਚ ਲਿਆ। ਦੰਦੀ ਵੱਡੀ ਤਕੜੀ ਗੁੱਤ ਖਿੱਚੀ, ਇਹਦੇ ਪ੍ਰਾਣ ਕੱਢਦੇ। ਦੇਖੀ ਮੇਰੇ ਬੱਲੇ ਬੱਲ ਹੈ, ਇਹ ਤਾਂ ਹੋਰ ਹੀ ਗੱਲ ਹੋ ਗਿਆ। ਮਹਾਰਾਜ ਕਹਿੰਦੇ ਕੋਈ ਨਹੀਂ। ਉਹ ਮਾਰੀ 500 ਰੁਪਇਆ ਦਿੱਤਾ ਸੀ ਉਹਨੂੰ, 100 ਫਿਰ ਸਪੇਲੀਆ ਉਹ ਵੀ ਦੇਖੀ ਸੀ ਕੋਈ। ਗੁਰੂ ਨਾਨਕ ਦੇ ਵੇਲੇ ਦਾ ਮੁਕਤੀ ਭਾਲਦਾ ਸੀ। ਉਹਦੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਗੋਲੀ ਭਾਰ ਫਿਰਦੇ ਸੀ, ਕੰਨ ਫੜ ਕੇ ਉਹਦੇ ਪ੍ਰਾਣ ਕੱਢੇ। ਇਸ ਤਰ੍ਹਾਂ ਫਿਰ ਸੰਗਤਾਂ ਦੇ ਲਿਆਣ ਕਰਕੇ ਮਹਾਰਾਜ ਆ ਕੇ ਵਸ ਗਏ। ਇਹ ਫਿਰ ਵੀ ਨਹੀਂ ਹਟਿਆ। ਬਦਨਾਮੀ ਹੋ ਗਈ ਇਹਦੀ ਬਾਬਾ ਜੀ। ਇੱਥੇ ਇਸ ਨੇ ਨਾ ਫਿਰ ਜਿਹੜਾ ਖਲਾਵਾ ਸਾਹਿਬਜ਼ਾਦਿਆਂ ਦਾ ਰਾਤ ਨੂੰ ਸੱਦ ਕੇ ਨਾ ਪੌੜੀ ਵਿੱਚ ਜ਼ਹਿਰ ਮਿਲਾ ਕੇ ਨਾ, ਜ਼ਹਿਰ ਪੌੜੀ ਵਿੱਚ ਬੰਨ੍ਹ ਕੇ 500 ਰੁਪਇਆ ਦੇ ਕੇ ਸਿਖਾਤਾ ਵੀ ਕਿਹੜਾ ਪੁੱਛੋ। ਜੇ ਗੱਲ ਹੋ ਗਈ ਮੈਂ ਸਾਂਭਾਂਗਾ। ਇਉਂ ਸਾਹਿਬਜ਼ਾਦਿਆਂ ਨੂੰ ਆਹ ਦੇ ਦੇ, ਇਉਂ ਕਰ ਦੇ। ਉਹ ਚੁਬਾਰੇ 'ਤੇ ਛੁਕਾਉਣ ਲੱਗਿਆ ਦਹੀਂ। ਮਹਾਰਾਜ ਸੰਗਤਾਂ ਵਿੱਚ ਬੈਠੇ ਹਾਂ। ਮਾਤਾ ਵੀ ਹੇਠਾਂ ਸੀ। ਸਾਹਿਬਜ਼ਾਦੇ ਨੇ ਚੀਕ ਮਾਰੀ ਤਕੜੀ। ਗੁਰੂ ਜੀ ਕਹਿੰਦੇ ਚੀਕ ਮਾਰੀ, ਰੋਣ ਦੀ ਆਵਾਜ਼ ਹੋਈ। ਆਹ ਕੀ ਆ? 1 ਲੱਖ ਤੋਂ ਆ ਗਏ। ਕਹਿੰਦੇ ਹੇਠਾਂ ਲਿਆ, ਲੈ ਆਏ। ਬੁੱਲ ਲਿਬੜੇ ਹੋਏ ਹੈ ਦਹੀਂ ਨਾਲ। ਗੁਰੂ ਕਹਿੰਦੇ ਛਕੋ। ਇਸ਼ਾਰਾ ਕੀਤਾ ਵੇਦ ਜ਼ਹਿਰ ਹੈ, ਸਾਡੇ ਸ਼ਗਨ ਦਾ ਨਹੀਂ। ਮਹਾਰਾਜ ਵੀ ਸਮਝ ਗਏ। ਕਹਿੰਦੇ ਇਹਦਾ ਭੇਦ ਕਿਵੇਂ ਪ੍ਰਗਟ ਹੋਵੇ। ਕੁੱਤਾ ਸੀ ਮਹਾਰਾਜ ਦੇ ਪਲੰਘ 'ਤੇ ਬੈਠਾ, ਸੱਜੇ ਖੱਬੇ 'ਚ ਜਦ ਤੁਰਦਾ ਹੁੰਦਾ ਸੀ। ਬਹੁਤ ਚੰਗਾ ਪਿਛਤਾ ਕੁੱਤਾ ਸੀ। ਉਹਨੂੰ ਪਾਈ ਭਾਂਡੇ ਵਿੱਚ, ਉਹ ਵੀ ਕੰਨ ਮਾਰ ਕੇ ਪਰ ਭੱਜ ਗਿਆ। ਕਹਿੰਦੇ ਕੋਈ ਨਹੀਂ, ਛਕ ਲੈ ਕਲਿਆਣ ਕਰਾਂਗੇ। ਉਹਨਾਂ ਦਹੀਂ ਛਕ ਲਿਆ, ਪਰ ਉਹਦੀ ਬੋੜੀਆਂ ਪੈ ਗਈਆਂ। ਬਹੁਤ ਬੁਰਾ ਹਾਲ ਹੋ ਗਿਆ। ਚੀਕਾਂ ਮਾਰੇ, ਲਾਲ ਨੇਤਰ ਹੋ ਗਏ। ਉਹ ਮਰ ਗਿਆ। ਮਾਰੋ ਦੇਖਿਆ ਜ਼ਹਿਰ ਸੀ। ਮਾਰਵਾ ਬ੍ਰਾਹਮਣਾ, ਦੁਸ਼ਟ ਬ੍ਰਾਹਮਣਾ, ਬਾਮਣ ਮਰ ਗਿਆ। ਮਾਤਾ ਕਹਿੰਦੇ ਮਹਾਰਾਜ ਲੋਕ ਪੰਡੀ ਕਰ ਗਏ। ਗੁਰਾਂ ਨੇ ਗੁਰੂ ਘਰ 'ਚ ਬ੍ਰਾਹਮਣ ਮਰ ਗਿਆ, ਜਿਉਂਦਾ ਕਰੋ। ਮੈਂ ਬੋਲਿਆ ਇਸ ਤਰ੍ਹਾਂ ਸ਼ਬਦ ਚੜ੍ਹ ਖੂਬ ਤੇਰੀ, ਇਸ ਤਰ੍ਹਾਂ ਉਚਾਰ ਕੇ ਖੂਬ ਖੂਬ ਸ਼ਬਦ ਜਿਉਂਦਾ ਕਰਤਾ। ਕਹਿੰਦੇ ਉਹ ਕੀ ਕਰਦਾ ਸੀ? ਕਹਿੰਦੇ ਤੁਹਾਡੇ ਭਰਾ ਦੀ ਗਲਤੀ, ਇਸ ਤਰ੍ਹਾਂ ਪੈਸੇ ਦਿੱਤੇ ਸੀ, ਰੌਲਾ ਪੈ ਗਿਆ। ਪਤੀਨਾ ਫਿਰ ਭੱਜ ਗਿਆ।
ਭੱਜ ਭੁੱਜ ਕੇ ਉੱਥੋਂ ਨਾ ਗੁਰੂ ਦਾ ਕੋਠਾ ਜਿਹਾ ਵੱਜਦਾ, ਗੁਰੂ ਦਾ ਭਗਤ ਦੇ ਨੇੜੇ। ਪੈਸੇ ਪੂਸੇ ਨਾ ਬੜੇ ਖਰਚੇ ਦੇ ਸੋਲੇ ਸਲੱਬੀ ਨੂੰ, ਉਹ ਰਹਿਣ ਰੋਣ ਨੂੰ ਦਿੱਤਾ, ਇਹਨੇ ਮੁਕੱਦਮੇ ਪੈਸੇ ਬੜੇ ਕੀਤੇ। ਰਾਜਾ ਆਖਣ ਲੱਗਿਆ ਗੁਰਾਂ ਦੀ ਜਿਹੜੀ ਕੀਤੀ ਹੈ, ਮੈਂ ਕੌਣ ਹੈ? ਗੁਰਾਂ ਨੇ ਛੋਟੇ ਭਰਾ ਨੂੰ ਦਿੱਤੀ ਹੈ, ਠੀਕ ਹੈ, ਗੁਰੂ ਘਰ ਮੈਂ ਕੋਈ ਕਰ ਸਕਦਾ? ਬਿਲਕੁਲ ਨਹੀਂ। ਇਸ ਤਰ੍ਹਾਂ ਤੁਰ ਫਿਰ ਕੇ ਇਹਦੀ ਮੌਤ ਹੋ ਗਈ। ਇਸ ਤਰ੍ਹਾਂ ਮਹਾਰਾਜ ਨੇ ਆਪੇ ਪਹਿਲਾ ਸ਼ਹੀਦੀ ਜਾਮਾ ਪਹਿਲਵਾਂ, 2 ਮੰਗਣੀਆਂ ਹੋ ਗਈ ਸੀ। ਡੱਲਾ ਨਿਵਾਸੀ ਪਾਰੋ ਦੀ ਕੁਲ ਵਿੱਚ ਨਰਾਇਣ ਦਾਸ ਹੋਇਆ, ਉਹਦੀ ਦਮੋਦਰੀ ਬੇਟੀ ਸੀ, ਉਹਦੀ ਵਿਆਹ ਹੋਇਆ ਮੰਗਣੀ ਕਰ ਗਏ ਮਹਾਰਾਜ। ਜਿਹਦੀ ਬੀਬੀ ਪੀਰੋ ਆਦਿ ਗੁਰਦੀਤਾ ਆਦਿ ਔਲਾਦ ਹੋਈ ਹੈ। ਦੂਜੀ ਨਰਾਇਣ ਦਾਸ ਦੀ ਬਕਾਲੇ ਦੇ ਵੀ ਅੰਮ੍ਰਿਤਸਰਾਂ ਲਗਾ, ਇਹਦੇ ਵੀ ਗੁਰ ਤੇਗ ਅਨੇਰਾਏ ਟਲ ਰਾਏ ਹੋਏ ਹੈ। ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਨੇ ਫਿਰ ਪਿਤਾ ਦੇ ਵਾਚਨ ਕੀਤੇ ਹੋਏ ਵੀ ਸ਼ਾਂਤੀ ਦੀ ਹੱਦ ਹੋ ਗਈ, ਸਾਧਧਾਰੀ ਸੰਗਤਾਂ ਨੂੰ ਬਣਾਓ। ਬਾਬਾ ਬੁੱਢਾ ਜੀ ਨੂੰ ਵੀ ਕਿਰਪਾਨ ਪਵਾਈ, ਭਾਈ ਗੁਰਦਾਸ ਨੂੰ ਵੀ ਸਾਰਿਆਂ ਨੂੰ ਸਾਥ ਤੋਂ ਲੱਭ ਵੱਧ ਸਵੈ ਧਰਮ ਨੂੰ ਕਾਇਮ ਰੱਖਣ ਵਾਸਤੇ ਚੰਗੀ ਤਰ੍ਹਾਂ ਸੰਗਤਾਂ ਨੂੰ ਸਾਥ। ਬਾਬਾ ਬੁੱਢਾ ਜੀ ਦੇ ਕਿਰਪਾਨ ਰਹਿ ਰਾਤ ਦੇ ਵਾਸ ਦਿਖਾਉਂਦੇ ਹੈ। ਜੰਗ ਲੜੀਆਂ ਗਏ ਨਹੀਂ 4 ਆਹੂ ਲਾਤੇ, ਪੂਰਬ ਤੇ ਪੱਛਮ ਦੱਖਣ ਤੇ ਉੱਤਰ ਤੱਕ ਰੰਡੀਆਂ ਕਰਦੀਆਂ, 4 ਜੰਗ ਨਾਲ ਵਿਦਾ ਕਰਦੀਆਂ। ਇਸ ਤਰ੍ਹਾਂ ਮਹਾਰਾਜ ਨੇ ਕੀਤੇ ਹੋਏ ਵਾਅਦੇ ਪਿਤਾ ਦੇ ਪੂਰੇ ਕੀਤੇ। ਕਾਲ ਤਖਤ ਰਚ ਗਏ, ਚੰਦਨ ਤੇਲ ਪਾ ਕੇ ਬੁਰਾ ਹਾਲ ਕਰਕੇ ਕਮੋਤੇ ਮਾਰਿਆ। ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਨੇ ਉਹਨਾਂ ਦਾ ਜੇ ਅਵਤਾਰ ਗੁਰੂ ਹੈ। ਸੰਗਤਾਂ ਨੂੰ ਲੱਖਾਂ ਲੱਖ ਵਧਾਈਆਂ ਹੋਣ। ਜਿਹਾ ਬੀਜੈ ਸੋ ਲੁਣੈ, ਜਿਹੜਾ ਕੋਈ ਬੀਜ ਬੀਜਦਾ ਉਹ ਲੂਣੇ ਵੱਢ ਲੈਂਦਾ ਹੈ, ਖੜਦਾ ਹੈ। ਮੱਥੈ ਜੋ ਲਿਖਿਆਸ, ਪਰ ਰੱਬ ਹੁੰਦੀ ਹੈ ਨਿਤ ਕਰਮਾਂ ਦੀ, ਨਿਤ ਕਰਮ ਦੀ ਕਰਮ ਰੇਖਾ ਬਣਦੀ ਹੈ। ਜਿਹੜੇ ਨਿਤ ਕਰਮ ਹੋਵੇਂ ਕਰਦੇ, ਹੌਲੀ 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 ਉਹ ਕਰਮ ਰੇਖਾ ਬਣਦੀ, ਪ੍ਰਾਰੰਭ ਹੁੰਦੀ ਹੈ। ਸਭ ਨਾਲ ਲੇਖ ਤਰ੍ਹਾਂ ਹੋਵੇ ਲੇਖਾ ਨਾ ਹੀ ਕੋਈ ਜਿਉ, ਸਭ ਨਾਲ ਬੜੀ ਲੇਖ ਗੁਲਾਮ। ਇਸ ਤਰ੍ਹਾਂ ਲਿਖਤ ਹੁੰਦੀ ਹੈ ਮੱਥੇ ਦੇ ਕੀਤੇ ਕਰਮਾਂ ਦੀ। ਰਹਿਣ ਦਿਹਾੜੀ ਪਛਤਾਣੀ, ਕਿਸੇ ਰਾਣੀ ਨੂੰ ਬਹੁਤ ਮਗਰੋਂ ਰਾਣੀਆਂ ਤੇ ਵਾਰੀ ਮਿਲੀ, ਉਹ ਗੋਲੇ ਗੋਲੀਆਂ ਦੇ ਨਾਲ ਭਰਤੀ ਰਹੀ। ਸੁੰਭੀ ਜੇ ਵਸਤਰ ਪਾ ਕੇ ਹਾਰ ਸ਼ਿੰਗਾਰ ਜੇ ਰਾਜ ਪਹਿਲਾਂ ਕੱਢੀ ਗਈ। ਨਾ ਪਤੀ ਦੀ ਸੇਵਾ, ਨਾ ਝਾੜੂ, ਨਾ ਕੋਈ ਪੱਖਾ, ਨਾ ਕੋਈ ਸੇਵਾ ਕੀਤੀ ਨਹੀਂ। ਇਸ ਤਰ੍ਹਾਂ ਜਿਹੜੀ ਜਿੰਦ ਹੈ ਨਾ, ਇੰਨਾ ਕਰਨ ਵਾਲਾ ਕੰਮ ਕੀਤਾ ਹੀ ਨਹੀਂ। ਨਾ ਸੇਵਾ, ਨਾ ਸਿਵ, ਨਾ ਪੁੰਨ, ਨਾ ਦਾਨ। ਉਮਰ ਰੂਪੀ ਰਾਤ ਜਦੋਂ ਇਹਦੀ ਖਤਮ ਹੋ ਗਈ, ਡੱਕੇ ਤੋੜਤੇ। ਜਿਸ ਤਰ੍ਹਾਂ ਤਤਾਈ ਜੀ ਅਫਸੋਸ ਕਰਦੀ, ਇਹਨਾਂ ਡੱਕੇ ਤੋੜਤੇ। ਦੁਖੀ ਹੋ ਕੇ ਅੱਗੇ ਜਮਦੂਤਾਂ ਦੀ ਪਕੜੀ ਹੋਈ, ਚਲੀ ਗਈ। ਉੱਠ ਚੱਲੀ ਗਈ ਨਿਰਾਸ, ਉਪਰਾਮ ਹੋ ਕੇ ਚਲੀ ਗਈ। ਸੰਸਾਰ ਤੋਂ ਖੋਟੇ ਕੰਮ ਕਰਕੇ ਜਮਾਂ ਤੇ ਵਸ ਪੈ ਕੇ। ਜਿਨ ਕਾ ਸਾਧੂ ਭੇਟੀਐ, ਕਹਿੰਦੇ ਸਾਰਿਆਂ ਨੂੰ ਕਰਮਾਂ ਦੀ ਮਾਰ ਪੈਂਦੀ ਹੈ, ਸਾਰਿਆਂ ਨੂੰ ਕਰਮਾਂ ਦੀ ਮਾਰ ਪੈਂਦੀ। ਸਾਰਿਆਂ ਨੂੰ ਜਾਂ ਪਕੜਦੇ ਜਿਨ੍ਹਾਂ ਨੂੰ ਸਾਧੂ ਰੱਬ ਦੇ ਪਿਆਰੇ, ਜਿਨ੍ਹਾਂ ਨੇ ਗੁਰੂ ਸਾਧ ਸਦਾ ਮਾਨ ਨੂੰ ਸਾਧ ਲਿਆ। ਗੁਰਮਤਿ ਅਨੁਸਾਰ ਬਰਾਕ ਵੇਗ ਖੱਟ ਸਮਤੀ ਜਾਂ ਯਮਨਾ ਮੇਰੇ ਬੜਾ ਪ੍ਰਾਣਾਯਾਮ 10ਵਾਂ ਦੁਆਰ ਸਾਧ ਲਿਆ। ਸਾਧਨ ਕਰਕੇ ਸਿੱਧ ਹੋ ਗਏ। ਜਿਨ ਕਾ ਸਾਧੂ ਭੇਟੀਐ, ਜਿਨ੍ਹਾਂ ਨੂੰ ਪੂਰੇ ਬ੍ਰਹਮ ਨੇਟੀ ਬ੍ਰਹਮ ਸਰੋਤਰੀ ਗੁਰੂ ਜੀ ਭੇਟੀਆਂ ਮਿਲ ਜਾਂਦੇ ਹਨ, ਸੋ ਦਰਗਹਿ ਹੋਏ ਖਲਾਸ। ਸੰਸਾਰ ਦਰਗਾਹ ਵਿੱਚ, ਗੁਰੂ ਦੀ ਸੰਗ ਦਰਗਾਹ ਵਿੱਚ ਦਰ ਜੋ ਅੰਤਸ ਕਰਨ ਅੰਦਰ
ਗਿਆਨ ਸਰੂਪ ਵਿੱਚ ਸਥਿਤ ਹੋਣ ਵਾਸਤੇ ਜਿਹੜੇ ਕਾਏ ਦੋਸ਼ ਫਰਕ ਪੈਂਦੇ ਹੈ ਉਹ ਸਾਰੇ ਰੁਕ ਗਏ, ਗਿਆਨ ਸਰੂਪ ਸਥਿਤ ਹੋ ਗਏ। ਦਰਗਾਹ ਸਭ ਰੱਬ ਦੀ ਦਰਗਾਹ ਵਿੱਚ ਉਹ ਸਤਿਕਾਰ ਪਾਉਂਦੇ ਹਨ। ਕਰ ਕਿਰਪਾ ਪ੍ਰਭ ਆਪਣੀ, ਮਹਾਰਾ ਮਿਹਰ ਕਰੋ, ਦਇਆ ਕਰੋ ਆਪ ਦੀ। ਤੇਰੇ ਦਰਸ਼ਨ ਹੋਏ ਪਿਆਸ, ਜਿਵੇਂ ਪਿਆਸ ਸਾਧੂਆਂ ਨੂੰ ਲੱਗੀ ਹੈ, ਸਾਨੂੰ ਵੀ ਪਿਆਸ ਲੱਗਿਆ ਆਪਣਾ ਦਰਸ਼ਨ ਦੀ। ਕਰ ਕਿਰਪਾ, ਕਿਰਪਾ ਚਾਰ ਤਰ੍ਹਾਂ ਦੀ ਮੰਨੀ ਹੈ। ਕਿਰਪਾ ਰੱਬ ਦੀ ਹੋ ਗਈ ਮਿਲ ਕੇ ਮਾਝ ਭਾਈ ਦੇ ਸਰੀਰ। ਦੂਜੀ ਕਿਰਪਾ ਚੰਗੀ ਸ੍ਰੇਸ਼ਟ ਬੁੱਧੀ, ਬਹੁਤ ਚੰਗੀ ਸਵੱਛ ਬੁੱਧੀ। ਤੀਜੀ ਕਿਰਪਾ ਗੁਰੂ ਨੇ ਨਾਮ ਉਹਦਾ ਦੇਤਾ। ਚੌਥੀ ਕਿਰਪਾ ਸੰਗਤ ਨਾਲ ਰਹਿਣੀ ਬਹਿਣੀ ਦੇਤੀ, ਸੇਵਾ ਭਾਵ ਦੇਤੀ। ਇਸ ਤਰ੍ਹਾਂ ਮਹਾਰਾਜ ਦੇ ਪਾਤਸ਼ਾਹ। ਪੰਜਵੀਂ ਕਿਰਪਾ ਆਪਣੀ ਕਮਾਈ ਕਰਕੇ ਮੁਕਤ ਹੋਣੀ। ਤੇਰੇ ਦਰਸ਼ਨ ਹੋਏ ਪਿਆਸ, ਜਿਸ ਤਰ੍ਹਾਂ ਸਾਧੂਆਂ ਨੂੰ ਮਿਹਰਮਾਨ ਲੋਚਿਆ ਗੁਰਦਾਸ ਦਰਸ਼ਨ ਦੇਗਾ। ਤੇਰੇ ਦਰਸ਼ਨਾਂ ਦੀ ਪਿਆਸ ਹੈ, ਤਰੇ ਹੈ, ਪਾਣੀ ਦੀ ਤਰੇ ਨਹੀਂ। ਤੇਰੇ ਦਰਸ਼ਨ ਹੋਣ, ਦਰਸ਼ਨ ਦੇਖ ਜਿਵੇਂ ਗੁਰ ਤੇਰਾ, ਮਿਹਰ ਕਰ ਦਿਓ। ਪ੍ਰਭ ਤੁਧ ਬਿਨ ਦੂਜਾ ਕੋ ਨਹੀਂ। ਤੁਹਾਡੇ ਘਰ ਸਾਡੇ ਤਾਂ ਨਿਗਾਹ ਵਿੱਚ ਹੈ ਨਹੀਂ ਕੋਈ ਵੀ ਨਹੀਂ, ਹੈ ਵੀ ਨਹੀਂ। ਹੋਰ ਤਾਂ ਐਵੇਂ ਜੋਤੀ ਹੋ ਰਹੇ ਹਨ। ਜਿਵੇਂ ਇੱਕ ਰਾਜ ਹੈ, ਬੇਲਾਦਾ ਹੈ, ਬੜਾ ਕੁਝ ਕਰ ਲਿਆ, ਕੋਈ ਬਣਦਾ ਹੀ ਨਹੀਂ। ਜੋਤੀਆਂ ਨੂੰ ਮਿਲਿਆ ਜੁਲਿਆ, ਕਹਿੰਦੇ ਦੱਸੋ ਵੀ ਕੁਝ, ਕਹਿੰਦੇ ਖੁਸ਼ ਹੋ ਕੇ ਕੋਈ ਆਪਣਾ ਬੇਟਾ ਦੇਵੇ ਨਾ, ਮੰਗੀ ਮਾਇਆ ਦੇ ਦੇ, ਦੇਵੀ ਦੀ ਬਲੀ ਦਿੱਤੀ ਜਾਵੇ। ਹੋ ਸਕਦਾ ਤੇਰੇ ਘਰ ਮੁੰਡਾ ਹੋ ਜਾਵੇ। ਇੱਕ ਚਿੱਪੜ ਜਿਹਾ ਬ੍ਰਾਹਮਣ ਹੈ, 4 ਮੁੰਡੇ ਹੈ, 3 ਤਾਂ ਘਰ ਦਾ ਕਾਰੋਬਾਰ ਕਮਰ ਦੇ ਚੰਗਾ ਕਰਦੇ ਹਾਂ, ਇੱਕ ਸਾਧ ਸੰਗੀ ਕਰਦਾ ਹੀ ਨਹੀਂ। ਇੰਨਾ ਕਿਆ ਫਾਲਤ ਹੋਏ ਤਾਂ ਪਿਓ ਨੇ ਧਨ ਲੈ ਲਿਆ, ਮੁੰਡਾ ਹਵਾਲੇ ਕਰਤਾ, ਕਮਰੇ 'ਚ ਅੜਾਤਾ ਮੁੰਡਾ। ਰਾਤ ਨੂੰ ਨਿਗਾਹ ਸ਼ਾਲੀ ਕਰਦਾ, ਸਵੇਰੇ ਉੱਠੇ ਵੀ ਦੇਖੀਏ ਬੋਨਰ ਕੱਢਿਆ ਮੂਹਰ ਹੈ, ਅੱਛਾ ਤਾਂ ਸਿਵ ਨੇ 4 ਛੋਟੇ ਢੇਰੀਆਂ ਬਣਾ ਲਈਆਂ। ਰਾਜਾ ਵਜ਼ੀਰ ਦੇਖਦੇ ਆ, ਪਹਿਲੇ ਢੇਰ 'ਤੇ ਹੱਥ ਰੱਖ ਕੇ ਕੁਝ ਚਿਰ ਸੋਚ ਗਏ, ਮਾਰੇ ਨਾਲ ਤਾਂ ਢਾਹਤੀ। ਦੂਜੀ ਢੇਰੀ 'ਤੇ ਹੱਥ ਰੱਖ ਕੇ ਰੋਇਆ, ਢਾਹਤੀ। ਤੀਜੀ 'ਤੇ ਵੀ, ਚੌਥੀ 'ਤੇ ਹੱਥ ਰੱਖ ਕੇ ਹੱਸ ਜਾਂਦਾ। ਰਾਜਾ ਕਹਿੰਦੇ ਉਹ ਬੇਟਾ ਸਿਰ ਪਲੋਸਿਆ, ਆਹ ਕੀ ਗੱਲ ਹੈ? ਕਹਿੰਦੇ ਰਜਾਨ, ਦੁਨੀਆ ਦੇ ਵਿੱਚ ਹਰ ਪ੍ਰਾਣੀ ਮਾਈ ਭਾਈ ਦੇ 4 ਮਿੱਤਰ ਅਸਲੀ ਹਨ ਵਫਾਦਾਰ। ਪਹਿਲੇ ਤਾਂ ਮਾਂ ਪਿਓ ਹੁੰਦਾ, ਕਿੰਨਾ ਕੁਪੱਤਾ ਮੁੰਡਾ ਹੋਵੇ ਇਸ ਤਰ੍ਹਾਂ ਫਾਜ਼ੇ ਛਡਾਉਣ ਦਾ ਪ੍ਰਯਤਨ ਕਰਦੇ। ਮਾਂ ਪਿਓ ਦੀ ਢੇਰੀ ਢਾਹਤੀ, ਉਹਨੇ ਤਾਂ ਪੈਸੇ ਲੈ ਲਏ ਮੇਰੇ। ਦੂਜਾ ਹੁੰਦਾ ਰਾਜਾ, ਰਾਜਾ ਜਿਹਦੀ ਪ੍ਰਜਾ ਉਹ ਪਾਲਦਾ ਹੁੰਦਾ, ਤੂੰ ਤਾਂ ਮੈਨੂੰ ਮੁੱਲ ਖਰੀਦ ਲਿਆ, ਮੈਂ ਤੇਰੀ ਢੇਰੀ ਢਾਹਤੀ। ਤੀਜੀ ਦੇਵੀ ਹੈ, ਉਸ ਨੇ ਤਾਂ ਮੇਰੀ ਬੜੀ ਗੱਲ ਕੱਲ੍ਹ ਨੂੰ ਖੋਣੇ ਪੀ ਲੈਣਾ। ਤਿੰਨਾਂ ਦੀ ਵੀ ਢੇਰੀ ਢਾਹਤੀ। ਚੌਥਾ ਰੱਬ ਹੈ, ਉਹ ਮੇਰੀ ਸਹਾਇਤਾ ਕਰੋ। ਰਾਜਾ ਕਹਿੰਦਾ ਉਹ ਜੇ ਬੱਲੇ ਬੱਲੇ, ਰੱਬ ਦਾ ਪਿਆਰਾ ਭਗਤ, ਡੂੰਘੀ ਵਿਚਾਰਾਂ ਕਰਨ ਵਾਲਾ। ਇਹ ਜਿਹਨੂੰ ਮੈਂ ਜੇ ਮਾਰ ਦਿੱਤਾ ਸ਼ਰਾਪ ਹੈ ਜੋ, ਉਲਾਸ ਔਰ ਰਾਜ ਵੀ ਜਾਓ। ਇਹ ਜਿਹਾ ਬੇਟਾ ਸਹੁਰੇ ਹੋਵੇ ਨਾ ਹੋਵੇ, ਪੜ੍ਹਾਇਆ ਲਿਖਾਇਆ, ਉਸ ਨੂੰ ਰਾਜ ਭਾਗ ਦਾ ਮਾਲਕ ਬਣਾ ਦਿੱਤਾ ਸੀ। ਪ੍ਰਭ ਤੁਧ ਬਿਨ ਦੂਜਾ ਕੋ ਨਹੀਂ, ਨਾਨਕ ਕੀ ਅਰਦਾਸ। ਰੱਖਣ ਵਾਲਾ ਰੱਖਕ ਕੋਈ ਵੀ, ਚੇਤਨ ਸੱਤਾ ਦੇਣ ਵਾਲਾ, ਜੀਵਨ ਦੇਣ ਵਾਲਾ, ਸਹਾਇਤਾ ਕਰਨ ਵਾਲਾ, ਤੇਰੇ ਬਗੈਰ ਤਾਂ ਕੋਈ ਹੈ ਨਹੀਂ, ਦੇਂਦਾ ਵੀ ਨਹੀਂ, ਹੈ ਵੀ ਨਹੀਂ। ਸਾਡੀ ਤਾਂ ਅਰਦਾਸ ਹੈ, ਇਸ ਨਾਲ ਜੋ ਖਲੇ ਵਿੱਚ ਅਰਦਾਸ ਹੈ। ਜਿਹੜੇ ਕੰਮ ਕਰੋ ਸਾਨੂੰ ਤੰਗ ਕਰਦੇ ਹਰ ਵੇਲੇ, ਇਹਨਾਂ ਨੂੰ ਸਾਡੇ ਦਾਸ ਬਣਾ ਦਿਓ। ਗੁੱਸਾ ਆਲਸ ਵੇਲੇ ਆਵੇ, ਮਿਹਰ ਕਰੋ। ਨਾਮ ਜਪਣ ਦਾ ਮੋਹ ਲਾਭ
ਲਾਲਚ ਵਧੇ। ਸਾਡੀ ਅਰਦਾਸ ਹੈ ਪੰਜ ਗੁਰੂ ਦੀ ਸੇਵਾ ਲਾਏ, ਇਹਨਾਂ ਨੂੰ ਸਾਡੇ ਦਾਸ ਬਣਾ ਦਿਓ। ਆਸਾੜ ਸੁਹੰਦਾ ਤਿਸ ਲੱਗੈ, ਕਰਮ ਹੀ ਆਪੋ ਆਪਣੇ ਕਰਮਾਂ ਲਿਖਤ ਉਹਦੀ ਮੱਥੇ ਦੀ, ਉਹਦੇ ਬਗੈਰ ਸੰਪੈ ਕੋਈ ਸੜਕ ਹੈ ਸੰਪੈ ਪਰ ਲਿਖਤ ਪਾਈ ਹੈ। ਮਾਨਸ ਦੀ ਆਸ ਕੁਝ ਵੀ ਨਹੀਂ। ਜਿਵੇਂ ਇੱਕ ਲੱਕੜਹਾਰਾ ਜੰਗਲ ਵਿੱਚ ਫਿਰਦਾ, ਲੱਕੜਾਂ ਚੁੰਦਾ ਵਿਚਾਰਾ, ਉੱਥੇ ਆ ਮਾਇਆ ਰੂਪ ਧਾਰ ਕੇ ਆ ਗਈ। ਉਹ ਲੱਕੜਹਾਰਾ, ਮੈਂ ਤੈਨੂੰ ਧੁੰਦਾਰ ਬਣਾਵਾਂਗੀ, ਇਤਨਾ ਖੇਚਲਾ ਨਹੀਂ ਹੋਵੇਗੀ। ਉਸ ਮਾਇਆ ਨੇ ਕਹਿੰਦੇ ਬਣਾ ਦੇ, 500 ਰੁਪਏ ਦੀ ਥੈਲੀ ਦੇ ਦੀ। ਲੈ ਕੇ ਘਰ ਗਿਆ, ਘਰ ਵਾਲੀ ਘਰ ਨਹੀਂ ਸੀ। ਉਹ ਰੱਖ ਕੇ ਨਾ ਪਾਣੀ ਜਾ ਪੀਣ ਲੱਗ ਗਿਆ। ਨੇੜ ਦੀ ਬੰਦ ਬੜੀ ਸਤਾਨ ਥੈਲੀ ਚੁੱਕ ਲੈ ਗਈ। ਦੋ ਦਿਨ ਫਿਰ ਲੱਕੜਾਂ ਪਾ ਰਹੇ। ਮਾਇਆ ਕਹਿੰਦੇ ਉਹ ਤੈਨੂੰ, ਕਹਿੰਦੇ ਇਸ ਤਰ੍ਹਾਂ ਗੱਲ ਹੋ ਗਈ। ਕਹਿੰਦੇ ਬੱਲੇ ਬੱਲੇ, ਤੂੰ ਇਸ ਤਰ੍ਹਾਂ ਕਰੂਗਾ ਮੇਰੀ ਹਾਨੀ ਕਰਾਊਗਾ। ਕਰਮ ਦੇਵਤੇ ਦੇ ਮੇਰੇ ਨਾਲ ਕੋਈ ਸ਼ਰਤ ਹੈ। ਫਿਰ ਉਸ ਨੇ ਨਾ ਸਾਹ ਸਿੰਘ ਕੇ ਲਾਲ ਦੇਤਾ, ਲਾਲ ਕਹਿੰਦੇ ਬਚਾ ਕੇ ਰੱਖੀ। ਜੇਬ 'ਚ ਪਾ ਕੇ ਚਲੇ ਗਏ ਲੱਕੜਹਾਰਾ। ਪਾਣੀ ਪੀਣ ਲੱਗਿਆ, ਉਹ ਡਿੱਗ ਪਿਆ। ਹੱਥ ਜਾ ਮਾਰੇ ਮੱਛੀ ਨਿਕਲ ਕੇ ਚਲੇ ਗਈ। ਫਿਰ ਫਿਰਦਾ ਉਹ ਇਸ ਤਰ੍ਹਾਂ ਡਿੱਗ ਪਿਆ। ਕਹਿੰਦੇ ਤੂੰ ਹਾਨੀ ਕਰਾਵੇਗਾ, ਇਉਂ ਕਰਾਵੇਗਾ। ਕਰਮ ਕਰਨ ਲੱਗੇ। ਕਰਮ ਜਿਹੜੇ ਬੜੇ ਕਰਮ ਦੇਣ ਭੋਗਣ, ਕਰਮ ਬੜੇ ਬਲਵਾਨ ਹੈ। ਉਹ ਕਹਿੰਦੇ ਸਾਡੀ ਸਲਾਹ ਬਗੈਰ, ਸਾਡੀ ਰਜਾ ਬਗੈਰ ਤੂੰ ਦੇ ਦੂ, ਬਣਾ ਲਓ, ਬਣਾ ਲਾ ਜੋਰ। ਉਸ ਨੇ ਫਿਰ ਤੀਜੇ ਦਿਨ ਫਿਰਦਾ ਸੀ। ਉਹ ਇੱਕ ਸੁਨਹਿਰੇ ਹਾਰ ਦੇਤਾ ਲక్ష్ਮੀ ਮਾਇਆ ਨੇ। ਉਹ ਸਿਰ ਵਿੱਚ ਟੁੰਕੇ ਜਾ ਰਿਹਾ ਸੀ। ਪਹਿਲੇ ਨੇ ਸਾਰੀ ਮੱਕੀ ਦਾ ਟੁਕੜਾ ਹੋਣਾ ਚਾਵੜ ਕੀਤੀ, ਉਹ ਲੈ ਕੇ ਚਲੀ ਗਈ। ਫਿਰ ਆਇਆ, ਕਹਿੰਦੇ ਬਣਾ ਲਿਆ ਕੁਝ ਬਣਾ। ਕਹਿੰਦੇ ਮੇਰੇ ਕੋਲ ਤਾਂ ਬਣਿਆ ਨਹੀਂ, ਤੁਸੀਂ ਬਣਾਓ। ਕਹਿੰਦੇ ਅਸੀਂ ਬਾਹਲਾ ਕੋ ਨਹੀਂ ਦੇਣਾ। ਟਕਾ ਇੱਕ ਦੇ ਦਿੱਤਾ। ਇੱਕ ਟਕਾ ਦੇਣ ਤੋਂ ਹੀ ਨਾ ਗਿਆ, ਮੱਛੀ ਲਿਆਇਆ। ਉਹ ਲਾਲ ਵਾਲੀ ਆ ਗਈ। ਚਿਹਰਾ ਖੋਸੇ ਵਿੱਚ ਲੱਕੜਾ ਲਾਉਂਦਾ ਸੀ। ਕਹਿੰਦੇ ਬਰੀਕ ਜਗ੍ਹਾ ਹਲ ਨੇ ਕੋਲ ਗਿਆ, ਹਾਰ ਲੱਭ ਗਿਆ। ਆ ਕੇ ਆਖ ਲਿਆ ਖੁਸ਼ੀ ਖੁਸ਼ੀ, ਉਹ ਗਈ ਚੀਜ਼ ਮਿਲ ਗਈ। ਡਰ ਗਈ, ਗੁਆਂਢ ਥੈਲੀ ਸੁੱਟ ਗਈ। ਇਸ ਤਰ੍ਹਾਂ ਸਾਧ ਸੰਗਤ ਕਰਮ ਬੜੀ ਬਲਵਾਨ ਹੈ। ਜਿਹੜਾ ਕਰਮ ਹੈ ਇਹ ਬਹੁਤ ਵੱਡਾ ਕਰਮ ਦੇਖ ਕੇ ਕਰਨਾ ਚਾਹੀਦਾ। ਕਰਮ ਬੜਾ ਉੱਚੇ ਲੈ ਜਾਂਦਾ ਜੀਵਨ ਨੂੰ। ਜਿਹੜਾ ਮਾੜਾ ਕਰਮ ਹੈ ਬੜਾ ਹੇਠਾਂ ਸਿੱਟਦਾ। ਵਾਲਮੀਕ ਪਟਵਾਰੇ ਨੂੰ ਕਰਮ ਰੇਖਾ ਭਜਨ ਦੀ ਕਰ ਤੋਂ ਕ੍ਰਿਸ਼ਨ ਨੇ ਪੈਰ ਧੋਤੇ, ਪਾਂਡਵ ਦਾ ਜਗ ਪੂਰਾ ਕੀਤਾ। ਇਸ ਤਰ੍ਹਾਂ ਕਰਮ ਬੜੀ ਬਲਵਾਨ ਹੈ। ਆਸਾੜ ਸੁਹੰਦਾ ਤਿਸ ਲੱਗੈ, ਚੜ੍ਹਿਆ ਹੋਇਆ ਮਹੀਨਾ ਜਿਹਨੂੰ ਆ ਸਾਰੇ ਉਸੇ ਆਸਾ ਦਰਸ਼ਨ ਦੇਖ ਜਿਆਂ ਗੁਰ ਤੇਰਾ ਮੇਰੇ ਦਰਸ਼ਨ ਕਿਉਂ ਜੀਵੇ। ਆਸਾ ਹੀ ਆਸਾ ਹੈ। ਆਸਾ ਹੀ ਚਾਰ ਪੈਰ ਚੁਗੇ ਸਮਾਣੇ। ਆਸਾ ਲੱਗੀ ਚਾਰੇ ਪਾਸੇ ਤੇ ਉਹਨਾਂ ਦੇ ਮਹੀਨਾ ਬੜਾ ਸੁਖਦਾਈ ਬਤੀਤ ਹੋ ਰਿਹਾ ਹੈ। ਚਾਰੇ ਪਾਸੇ ਤੇ ਆਸਾ ਵਰਾ ਦੇ ਨਾਲ ਮਿਲਦੀ ਹੈ। ਜਿਸ ਮਨ ਹਰ ਚਰਨ ਨਿਵਾਸ, ਇਹਨਾਂ ਨੂੰ ਇਹਨਾਂ ਵਿੱਚ ਚਰਨ ਨਿਵਾਸ ਹੈ। ਚਰਨ ਵਸ ਰਹੇ ਹਨ। ਨਿਰਗੁਣ ਸਰੂਪ ਦੇ, ਸਰਗੁਣ ਸਰੂਪ ਦੇ ਹਿਰਦੈ ਚਰਨ ਸਤਿਗੁਰ ਨਾਮ ਜਾਂ ਸ਼ਬਦ ਮਨ ਵਿੱਚ ਚਰਨ ਵਸੇ ਹੋਏ ਹੈ। ਜਿਵੇਂ ਸਤਵੇਂ ਪਾਤਸ਼ਾਹ ਦੇ ਭਾਈ ਗੋਂਦੇ ਨੇ ਕਾਲਜ ਵਸਾਏ, ਉਹਨਾਂ ਨੂੰ ਬੜਾ ਸੁਖਦਾਈ ਮਹੀਨਾ ਵਸਰ ਹੁੰਦਾ ਹੈ। ਸੋ ਸਮਾਂ ਸਕੂਨ ਕਾਫੀ ਵਿਚਾਰ ਸੰਗਤਾਂ ਨੇ ਸੁਣੀ ਸੁਣਾਈ ਹੋਈ ਹੈ। ਜਿਨ੍ਹਾਂ ਕੋਈ ਬੁਲਾਇਆ ਹੈ ਆਪ ਬੋਲਾਂ ਗੁਰ ਕਾ ਸਭ ਹੁਕਮ ਜਿਉ।
ਲੰਗਰ ਪਾਣੀ ਤਿਆਰ ਹੀ ਹੈ। ਦਿਓ ਸਿਜਨ ਸੜੀਆਂ ਜੋ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।